जो हर सेवै संत भगत, तिनके सब पाप निवारी। हम ऊपर कृपा कर स्वामी, रख संगत तुम जो प्यारी। हर गुण कह न सको बनवारी, हम पापी पाथर नीर डूबत। कर कृपा पाखण हम थारी। आस प्यासी पीर कै ताई, ज्यों चातक बूंदे रे। कहो नानक जियड़ा बलिहारी। देहु दर्श प्रभ मेरे, कहो नानक जियड़ा बलिहारी। देहु दर्श प्रभ मेरे। परम सत्कारयोग गुरु प्यारी साध संगत जीओ, आओ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਆਪ ਜੀ ਨੇ ਪਾਵਨ ਬਾਣੀ ਜਪਜੀ ਸਾਹਿਬ ਦੇ ਪਾਠ ਤੋਂ ਉਪਰੰਤ ਗੁਰਮਤਿ ਵਿਚਾਰਾਂ ਨਾਲ ਸਾਂਝ ਪਾਉਣ ਦਾ ਯਤਨ ਕਰੀਏ। ਪ੍ਰੇਮ ਸਤਿਕਾਰ ਸ਼ਰਧਾ ਭਾ ਅਦਬ ਗੁਰੂ ਚਰਨਾਂ ਵਿੱਚ ਸੀਸ ਝੁਕਾ ਕੇ ਫਤਿਹ ਨਾਲ ਸਾਂਝ ਪਾਈਏ। ਪ੍ਰੇਮ ਸਤਿਕਾਰ ਨਾਲ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਨੇ ਕੁਦਰਤ ਦੇ ਅੰਦਰ ਬਹੁਤ ਸਾਰੀਆਂ ਰੁੱਤਾਂ ਮਨੁੱਖ ਦੀ ਝੋਲੀ ਵਿੱਚ ਪਾਈਆਂ ਹਨ। ਅੱਜ ਅਸੀਂ ਵਿਸਾਖ ਦੇ ਮਹੀਨੇ ਦੀ ਜਾਂ ਵਿਸਾਖੀ ਦੀ ਗੱਲ ਕਰਾਂਗੇ। ਵਿਸਾਖ ਦਾ ਮਹੀਨਾ ਸਿੱਖ ਜਗਤ ਦੇ ਅੰਦਰ ਇੱਕ ਖਾਸ ਮਹੱਤਤਾ ਰੱਖਦਾ ਹੈ। ਪਹਿਲੇ ਪਾਤਸ਼ਾਹ ਦਾ ਪ੍ਰਕਾਸ਼ ਵਿਸਾਖੀ ਦਾ ਹੈ। ਪ੍ਰਚਲਿਤ ਭਾਵੇਂ ਕੱਤਕ ਦੀ ਪੂਰਨਮਾਸੀ ਦਾ ਹੋ ਗਿਆ, ਪਰ ਅਸਲ ਦੇ ਵਿੱਚ ਵਿਸਾਖੀ ਦੇ ਦਿਨ ਪਹਿਲੇ ਪਾਤਸ਼ਾਹ ਦਾ ਜਨਮ ਹੋਇਆ ਸੀ। ਦੂਜੇ ਪਾਤਸ਼ਾਹ ਦਾ ਪ੍ਰਕਾਸ਼ ਵੀ ਵਿਸਾਖ ਦੇ ਮਹੀਨੇ ਵਿੱਚ ਹੈ। ਤੀਜੇ ਪਾਤਸ਼ਾਹ ਦਾ ਪ੍ਰਕਾਸ਼ ਵੀ ਵਿਸਾਖ ਦੇ ਮਹੀਨੇ ਵਿੱਚ ਹੈ। ਇਸੇ ਤਰ੍ਹਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ
400 ਸਾਲਾ ਪ੍ਰਕਾਸ਼ ਉਤਸਵ ਜਿਹੜਾ ਮਨਾਇਆ ਜਾ ਰਿਹਾ ਹੈ, ਉਹ ਵੀ ਵਿਸਾਖ ਦੇ ਮਹੀਨੇ ਨਾਲ ਸੰਬੰਧ ਰੱਖਦਾ ਹੈ। ਵਿਸਾਖ ਦੇ ਮਹੀਨੇ ਵਿੱਚ ਹੀ ਸਿੱਖ ਜਗਤ ਦੇ ਅੰਦਰ ਇੱਕ ਮਹਾਨ ਘਟਨਾ ਘਟੀ ਸੀ। ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ, ਜਿਸ ਨੂੰ ਅਸੀਂ ਖਾਲਸਾ ਸਾਜਨਾ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਾਂ। 1699 ਸੰਨ ਵਿੱਚ ਵਿਸਾਖੀ ਵਾਲੇ ਦਿਨ ਸਤਿਗੁਰੂ ਜੀ ਨੇ ਜਦੋਂ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਸੀ। ਇਸ ਤੋਂ ਇਲਾਵਾ ਵਿਸਾਖ ਦਾ ਮਹੀਨਾ ਸੁੱਖ ਸਮਰਿੱਧੀ ਦਾ ਪ੍ਰਤੀਕ ਹੈ। ਘਰ ਵਿੱਚ ਨਵੀਂ ਫਸਲ ਆਉਂਦੀ ਹੈ ਤੇ ਮਨੁੱਖ ਦਾ ਆਰਥਿਕ ਪੱਖ ਸੁਖਾਲਾ ਬਣਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਵਿਸਾਖ ਦੇ ਮਹੀਨੇ ਦੇ ਸੰਬੰਧ ਵਿੱਚ 3 ਥਾਵਾਂ ਤੇ ਜ਼ਿਕਰ ਕੀਤਾ ਹੈ। ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਪਿਤਾ ਜੀ ਨੇ 12ਵਾਂ ਬਾਣੀ ਦੇ ਅੰਦਰ ਵਿਸਾਖ ਦੇ ਮਹੀਨੇ ਦਾ ਜ਼ਿਕਰ ਕੀਤਾ ਹੈ। ਵੈਸਾਖ ਧੀਰਨ ਕਿਉਂ ਵਾਂਢੀਆਂ, ਜਿਨ੍ਹਾਂ ਪ੍ਰੇਮ ਵਿਛੋ। ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੁਖਾਰੀ ਰਾਗ ਦੇ ਅੰਦਰ ਵਿਸਾਖ ਮਹੀਨੇ ਦਾ ਜ਼ਿਕਰ ਕੀਤਾ ਹੈ। ਵਿਸਾਖ ਭਲਾ ਸ਼ਾਖਾਂ ਵੇਸ਼ ਕਰੇ, ਧਨ ਦੇਖੈ ਹਰ ਦੁਆਰ, ਆਓ ਦਇਆ ਕਰੇ। ਤੀਜੀ ਵਾਰੀ ਫੇਰ ਜਦੋਂ ਰੁੱਤਾਂ ਦੀ ਗੱਲ ਕੀਤੀ ਹੈ, ਸਤਿਗੁਰੂ ਜੀ ਨੇ ਵਿਸਾਖ ਦਾ ਜ਼ਿਕਰ ਉੱਥੇ ਵੀ ਕੀਤਾ ਹੈ। ਰੁੱਤ ਬਸੰਤ ਸਰਸ ਮਾਹ ਚੇਤ ਵੈਸਾਖ ਸੁਖ ਮਾਸ ਜੀਓ, ਹਰ ਨਾਹ ਮਿਲਿਆ ਮੌਲਿਆ ਮਨ ਤਨ ਸਾਸ ਜੀਓ। ਬਸੰਤ ਰੁੱਤ ਦਾ ਜਦੋਂ ਜ਼ਿਕਰ ਕੀਤਾ ਹੈ, ਇਹਦੇ ਵਿੱਚ 2 ਮਹੀਨਿਆਂ ਦਾ ਜ਼ਿਕਰ ਕੀਤਾ ਹੈ, ਚੇਤ ਤੇ ਵਿਸਾਖ। 6 ਰੁੱਤਾਂ ਹੁੰਦੀਆਂ ਨੇ, ਇੱਕ ਰੁੱਤ ਦੇ ਵਿੱਚ 2 ਮਹੀਨੇ ਹੁੰਦੇ ਨੇ, ਗਰਮੀ, ਸਰਦੀ, ਪਤਝੜ, ਬਸੰਤ, ਬਰਖਾ ਰੀਤੂ ਆਦਿਕ 6 ਰੁੱਤਾਂ ਨੇ। 6 ਰੁੱਤਾਂ ਨੇ ਤੇ 12 ਮਹੀਨੇ ਨੇ। ਵੈਸਾਖ ਅਤੇ ਚੇਤ ਦਾ ਮਹੀਨਾ ਬਸੰਤ ਰੁੱਤ ਦੇ ਨਾਲ ਸੰਬੰਧ ਰੱਖਦਾ ਹੈ। ਤੇ ਜਦੋਂ ਸਤਿਗੁਰੂ ਜੀ ਨੇ ਨਵੇਂ ਸਾਲ ਦੀ ਆਰੰਭਤਾ ਕੀਤੀ ਹੈ, ਉਹਦੇ ਵਿੱਚ ਚੇਤ ਤੋਂ ਗੱਲ ਸ਼ੁਰੂ ਕੀਤੀ ਹੈ। ਦੇਸੀ ਸਾਲ ਹੈ ਨਾ ਜਿਹੜਾ, ਉਹਦੀ ਆਰੰਭਤਾ ਚੇਤ ਤੋਂ ਸਤਿਗੁਰੂ ਜੀ ਨੇ ਕੀਤੀ ਹੈ। ਕਿਉਂਕਿ ਦੁਨੀਆ ਦਾ ਹਰ ਇੱਕ ਕਾਰਜ ਵੀ ਚੇਤ ਤੋਂ ਹੀ ਸ਼ੁਰੂ ਹੁੰਦਾ ਹੈ। ਚੇਤ ਕਹੀਏ, ਚੇਤਾ ਕਹਿ ਲਈਏ। ਚੇਤੇ ਤੋਂ ਹਰ ਗੱਲ ਸ਼ੁਰੂ ਹੁੰਦੀ ਹੈ। ਸਾਨੂੰ ਸਾਰਿਆਂ ਨੂੰ ਗੁਰੂ ਘਰ ਦਾ ਚੇਤਾ ਆਇਆ, ਫਿਰ ਅਸੀਂ ਗੁਰਦੁਆਰੇ ਪਹੁੰਚੇ। ਘਰ ਦਾ ਚੇਤਾ ਆਉਂਦਾ ਹੈ, ਬੰਦਾ ਘਰੇ ਪਹੁੰਚ ਜਾਂਦਾ ਹੈ। ਦੁਕਾਨ ਦਾ ਚੇਤਾ ਆਉਂਦਾ, ਬੰਦਾ ਦੁਕਾਨ ਤੇ ਪਹੁੰਚ ਜਾਂਦਾ ਹੈ। ਰੱਬ ਦਾ ਚੇਤਾ ਆਉਂਦਾ ਹੈ, ਬੰਦਾ ਰੱਬ ਤੱਕ ਪਹੁੰਚ ਜਾਂਦਾ ਹੈ। ਸਤਸੰਗ ਇਸ ਕਰਕੇ ਹੀ ਕੀਤੀ ਜਾਂਦੀ ਹੈ
ਕਿਤੇ ਉਹ ਚੇਤ ਦਾ ਮਹੀਨਾ ਸਾਡੀ ਜ਼ਿੰਦਗੀ ਵਿੱਚ ਆ ਜਾਏ। ਇਸ ਕਰਕੇ ਆਰੰਭਤਾ ਸਤਿਗੁਰੂ ਜੀ ਨੇ ਚੇਤ ਤੋਂ ਕੀਤੀ ਸੀ, ਕਿਉਂਕਿ ਹਰ ਘਟਨਾ ਚੇਤੇ ਨਾਲ ਸੰਬੰਧ ਰੱਖਦੀ ਹੈ, ਸਿਮਰਨ ਦੇ ਨਾਲ ਸੰਬੰਧ ਰੱਖਦੀ ਹੈ, ਯਾਦ ਦੇ ਨਾਲ ਸੰਬੰਧ ਰੱਖਦੀ ਹੈ। ਇਸ ਕਰਕੇ ਰੱਬ ਦੇ ਸਿਮਰਨ ਦੀ, ਰੱਬ ਦੇ ਚੇਤੇ ਦੀ, ਰੱਬ ਦੀ ਯਾਦ ਦੀ ਗੱਲ ਗੁਰਬਾਣੀ ਵਿੱਚ ਵਾਰ-ਵਾਰ ਕੀਤੀ ਗਈ ਹੈ। ਤਾਂ ਗੁਰੂ ਅਰਜਨ ਸਾਹਿਬ ਨੇ ਵੀ ਪਹਿਲਾ ਮਹੀਨਾ ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ। ਚੇਤ ਜਾਂ ਚੇਤੇ ਤੋਂ ਬਾਅਦ ਵਿਸਾਖ ਦੀ ਗੱਲ ਕੀਤੀ ਹੈ। ਵਿਸਾਖ ਧੀਰਨ ਕਿਉਂ ਵਾਂਢੀਆਂ, ਜਿਨ੍ਹਾਂ ਪ੍ਰੇਮ ਵਿਛੋ। ਸਤਿਗੁਰੂ ਜੀ ਕਹਿੰਦੇ ਨੇ ਕਿ ਰੱਬ ਦਾ ਜਿਹੜਾ ਮਿਲਾਪ ਹੈ ਨਾ, ਯਾਦ ਕਰਨਾ ਹੀ ਰੱਬ ਦਾ ਮਿਲਾਪ ਹੈ, ਰੱਬ ਦੀ ਨੇੜਤਾ ਹੈ। ਭੁੱਲ ਜਾਣਾ ਦੂਰੀ ਹੈ। ਇਸ ਕਰਕੇ ਆਪਣੇ ਹਮੇਸ਼ਾ ਯਾਦ ਰਹਿੰਦੇ ਨੇ, ਕਿਉਂਕਿ ਨੇੜੇ ਹੁੰਦੇ ਆ ਸਾਡੇ ਦਿਲ ਦੇ। ਪਰਾਏ ਭੁੱਲ ਜਾਂਦੇ ਕਿਉਂਕਿ ਦਿਲ ਤੋਂ ਉਹ ਦੂਰ ਨੇ। ਜਿੰਨਾ ਕੋਈ ਦਿਲ ਦੇ ਨੇੜੇ ਹੋਏਗਾ ਉਨੀ ਉਹਦੀ ਵੱਧ ਯਾਦ ਆਏਗੀ, ਜਿੰਨਾ ਦਿਲ ਤੋਂ ਦੂਰ ਹੋਊਗਾ ਉਤਨੀ ਉਹਦੀ ਘੱਟ ਯਾਦ ਆਏਗੀ। ਤੋ ਸਤਿਗੁਰੂ ਕਹਿੰਦੇ ਨੇ ਵਿਸਾਖ ਦਾ ਮਹੀਨਾ ਜਿਹੜਾ ਕਿ ਬਸੰਤ ਰੁੱਤ ਨਾਲ ਸੰਬੰਧ ਰੱਖਦਾ ਹੈ, ਉਹਦੇ ਵਾਸਤੇ ਦੁਖਦਾਈ ਹੈ ਜਿਹੜੇ ਰੱਬ ਨੂੰ ਭੁੱਲ ਗਏ। ਉਹਨਾਂ ਨੂੰ ਜ਼ਿੰਦਗੀ ਵਿੱਚ ਹੌਸਲਾ ਨਹੀਂ ਆ ਸਕਦਾ, ਧੀਰਜ ਨਹੀਂ ਆ ਸਕਦਾ। ਵਿਸਾਖ ਧੀਰਨ ਕਿਉਂ ਵਾਂਢੀਆਂ। ਵਾਂਢੇ ਲਫ਼ਜ਼ ਦੂਰੀ ਦਾ ਪ੍ਰਤੀਕ ਹੈ। ਜਿਵੇਂ ਅਸੀਂ ਘਰਾਂ 'ਚ ਕਹਿ ਦਿੰਦੇ ਹਾਂ ਨਾ ਵੀ ਫਲਾਣਾ ਸਿਉਂ ਘਰੇ ਆ, ਅਸੀਂ ਕਹਿੰਦੇ ਵਾਂਢੇ ਗਏ। ਤਰਨ ਤਾਰਨ ਦੀ ਬੋਲੀ, ਘਰ ਤੋਂ ਦੂਰ ਚਲੇ ਜਾਣਾ, ਵਾਂਢੇ ਗਏ। ਉੱਥੋਂ ਲਫ਼ਜ਼ ਬਣਿਆ ਵਾਂਢੀਆਂ। ਉਹ ਰੂਹਾਂ, ਉਹ ਸ਼ਖਸੀਅਤਾਂ ਜਿਹੜੀਆਂ ਰੱਬ ਤੋਂ ਦੂਰ ਚਲੀਆਂ ਗਈਆਂ, ਵਾਂਢੇ ਚਲੀਆਂ ਗਈਆਂ। ਫਿਰ ਉਹਨਾਂ ਦੀ ਜ਼ਿੰਦਗੀ ਵਿੱਚ ਸ਼ਾਂਤੀ ਨਹੀਂ। ਕਿਉਂ ਧੀਰਨ, ਫਿਰ ਕਿਉਂ ਹੌਸਲਾ ਆਵੇ ਉਹਨਾਂ ਨੂੰ, ਕਿਵੇਂ ਆਵੇ। ਸਤਿਗੁਰੂ ਕਹਿੰਦੇ ਨੇ ਵੀ ਦੂਰ ਜਾਣ ਦਾ ਇੱਕੋ ਹੀ ਕਾਰਨ ਸੀ, ਜਿਨ੍ਹਾਂ ਪ੍ਰੇਮ ਵਿਛੋ। ਜਿਨ੍ਹਾਂ ਨੂੰ ਪ੍ਰੇਮ ਦਾ ਵਿਛੋਹ, ਪ੍ਰੇਮ ਦਾ ਵਿਛੋੜਾ, ਪ੍ਰੇਮ ਦੀ ਅਣਹੋਂਦ, ਜਿਨ੍ਹਾਂ ਦੇ ਅੰਦਰ ਰੱਬ ਦਾ ਪਿਆਰ ਹੈ ਨਹੀਂ ਸੀ, ਉਹ ਟੁੱਟ ਗਏ, ਦੂਰ ਚਲੇ ਗਏ, ਸ਼ਾਂਤੀ ਚਲੀ ਗਈ ਉਹਨਾਂ ਦੀ। ਫਿਰ ਕਾਹਦਾ ਵਿਸਾਖ, ਕਾਹਦੀ ਵਿਸਾਖੀ ਤੇ ਕਾਹਦੀ ਬਸੰਤ। ਕਿਉਂਕਿ ਵਿਸਾਖ ਤਾਂ ਹੀ ਭਲਾ ਹੈ ਨਾ, ਵਿਸਾਖ ਭਲਾ ਸ਼ਾਖਾਂ ਵੇਸ਼ ਕਰੇ। ਨਵੀਆਂ ਸ਼ਾਖਾਵਾਂ, ਨਵੇਂ ਫੁੱਲ, ਨਵੇਂ ਪੱਤੇ ਆਉਂਦੇ ਆ ਵਿਸਾਖ ਮਹੀਨੇ ਵਿੱਚ। ਬਸੰਤ ਰੁੱਤ ਖਿੜਦੀ ਹੈ, ਕੁਦਰਤ ਖਿੜਦੀ ਹੈ। ਸਤਿਗੁਰੂ ਕਹਿੰਦੇ ਨੇ ਜੇ ਖਿੜੇ ਹੀ ਨਾ ਫਿਰ ਕਾਹਦੀ ਬਸੰਤ। ਭਾਵ ਜੇ ਜ਼ਿੰਦਗੀ ਵਿੱਚ ਗੁਰੂ ਹੀ ਨਾ ਮਿਲਿਆ ਫਿਰ ਕਾਹਦੀਆਂ ਖੁਸ਼ੀਆਂ, ਕਾਹਦਾ ਆਨੰਦ। ਤੋ ਇਸ ਕਰਕੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਦੋਂ ਸ਼ੁਰੂਆਤ ਕੀਤੀ ਸੀ ਨਾ ਨਵੇਂ ਸਾਲ ਦੀ, ਉਸ ਤੋਂ ਪਹਿਲਾਂ ਜਾਣ ਪਛਾਣ ਕਰਾਈ ਹੈ, ਜਿੱਥੋਂ 12ਵਾਂ ਸ਼ੁਰੂ ਹੁੰਦਾ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਾ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਅੱਗੇ ਦੋ ਉਦਾਹਰਨਾਂ ਦਿੱਤੀਆਂ ਨੇ ਪਾਤਸ਼ਾਹ ਨੇ ਵਿਛੜਿਆ ਹੋਇਆਂ ਦੀਆਂ। ਧੇਨ ਦੁੱਧ ਤੇ ਬਾਹਰੀ, ਧੇਨ ਕਹਿੰਦੇ ਨੇ ਗਊ ਨੂੰ, ਦੁੱਧ ਤੋਂ ਬਿਨਾਂ, ਜਿਹਨੂੰ ਅਸੀਂ ਪਿੰਡਾਂ ਵਿੱਚ ਫੰਡਰ ਗਾਂ ਕਹਿੰਦੇ ਹਾਂ,
ਇੱਕ ਹੁੰਦੀ ਹੈ ਦੁੱਧ ਵਾਲੀ। ਦੁੱਧ ਵਾਲੀ ਗਾਂ ਦੀ ਕਦਰ ਹੁੰਦੀ ਹੈ, ਬੰਦਾ ਘਰੇ ਸੰਭਾਲ ਕੇ ਰੱਖਦਾ, ਸੇਵਾ ਕਰਦਾ, ਟਾਈਮ 'ਤੇ ਪਾਣੀ ਮਿਲਦਾ, ਖਲ ਵੜੇਵੇ ਉਹਨੂੰ ਮਿਲਦੇ ਨੇ, ਚੰਗੀ ਸੇਵਾ ਹੁੰਦੀ ਹੈ। ਪਰ ਜੋ ਦੁੱਧ ਨਾ ਦੇਵੇ ਫਿਰ ਡੰਡਾ ਮਾਰ ਕੇ ਘਰੋਂ ਭਜਾ ਦਿੱਤਾ ਜਾਂਦਾ। ਉਹ ਕਹਿੰਦੇ ਦੁੱਧ ਤਾਂ ਦਿੰਦੀ ਨਹੀਂ, ਇਹਨੂੰ ਰੱਖ ਕੇ ਕਰਨਾ ਕੀ ਹੈ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪੁਜ ਕਾਮ ਨਹੀਂ। ਦੁੱਧ ਤੋਂ ਬਿਨਾਂ ਗਾਂ ਦੀ ਕਦਰ ਨਹੀਂ ਹੁੰਦੀ। ਗਲੀਆਂ ਵਿੱਚ ਅਵਾਰਾ ਫਿਰਦੀ ਹੈ, ਗੰਦਗੀ ਦੇ ਢੇਰ 'ਤੇ ਮੂੰਹ ਮਾਰਦੀ ਹੈ ਅਤੇ ਕੋਈ ਕਦਰ ਨਹੀਂ ਹੈ। ਉਹ ਉਦਾਹਰਨ ਦਿੱਤੀ ਹੈ ਪਾਤਸ਼ਾਹ ਨੇ, ਜਿਵੇਂ ਦੁੱਧ ਤੋਂ ਬਿਨਾਂ ਗਾਂ ਦੀ ਕਦਰ ਨਹੀਂ, ਉਸੇ ਤਰ੍ਹਾਂ ਬੰਦਗੀ ਤੋਂ ਬਿਨਾਂ ਮਨੁੱਖ ਵੀ ਉਸ ਗਊ ਵਰਗਾ ਹੀ ਹੈ, ਜਿਹੜੀ ਅਵਾਰਾ ਗਲੀਆਂ ਦੇ ਵਿੱਚ ਭਟਕਦੀ ਹੈ। ਇਹ ਪਹਿਲੀ ਉਦਾਹਰਨ ਦਿੱਤੀ ਹੈ। ਦੂਜੀ ਉਦਾਹਰਨ ਦਿੱਤੀ ਹੈ ਕਿ ਜਿਵੇਂ ਫਸਲ ਨੂੰ ਪਾਣੀ ਨਾ ਮਿਲੇ, ਖੜੀ ਖੜੀ ਸੁੱਕ ਜਾਂਦੀ ਹੈ, ਸੜ ਜਾਂਦੀ ਹੈ, ਫਿਰ ਉਹਦੇ ਵਿੱਚੋਂ ਪ੍ਰਾਪਤੀ ਕੋਈ ਨਹੀਂ, ਕਮਾਈ ਕੋਈ ਨਹੀਂ ਮਨੁੱਖ ਨੂੰ। ਇਸੇ ਤਰ੍ਹਾਂ ਜੇ ਸਾਡਾ ਜੀਵਨ ਬਾਣੀ ਦੇ ਨਾਲ ਸਿੰਜਿਆ ਨਾ ਜਾਏ, ਜੀਵਨ ਸੜ ਜਾਂਦਾ ਹੈ, ਸੁੱਕਾ ਪੈ ਜਾਂਦਾ ਹੈ ਅਤੇ ਪ੍ਰਾਪਤੀ ਕੁਝ ਵੀ ਨਹੀਂ। ਇਹ ਉਦਾਹਰਨਾਂ ਦੇ ਕੇ ਸਤਿਗੁਰੂ ਜੀ ਨੇ ਉਹ ਗੱਲ ਸਮਝਾਈ ਹੈ, ਜਿਨ੍ਹਾਂ ਪ੍ਰੇਮ ਵਿਛੋ, ਜਿਨ੍ਹਾਂ ਦੇ ਅੰਦਰ ਪ੍ਰੇਮ ਦਾ ਵਿਛੋੜਾ ਹੈ, ਪ੍ਰੇਮ ਦੀ ਅਣਹੋਂਦ ਹੈ, ਜਿਹੜੇ ਪਿਆਰ ਨਹੀਂ ਕਰਦੇ ਰੱਬ ਨਾਲ, ਗੁਰੂ ਨਾਲ। ਇਸੇ ਪ੍ਰੇਮ ਦੀ ਪਰਖ ਕੀਤੀ ਸੀ ਪਾਤਸ਼ਾਹ ਨੇ ਵਿਸਾਖੀ ਵਾਲੇ ਦਿਨ 1699। ਤੇ ਜਿਹੜੇ ਪਰਖ ਦੇ ਵਿੱਚੋਂ ਪਾਸ ਹੋਏ ਸੀ ਉਹਨਾਂ ਨੂੰ ਕਿਹਾ ਸੀ ਇਹ ਮੇਰੇ ਪਿਆਰੇ ਨੇ। ਜਦੋਂ ਵੀ ਪ੍ਰੇਮ ਦੀ ਪਰਖ ਦੀ ਗੱਲ ਹੁੰਦੀ ਹੈ ਉਦੋਂ ਸ਼ਰਤ ਬਹੁਤ ਵੱਡੀ ਹੈ, ਕਿਉਂਕਿ ਪ੍ਰੇਮ ਬਹੁਤ ਕੀਮਤੀ ਹੈ। ਘਰ ਆਓ ਪਿਆਰੇ ਦੁੱਤਰ ਤਾਰੇ, ਤੁਧ ਬਿਨ ਅੱਡ ਨਾ ਮੋਲੋ। ਹੇ ਵਾਹਿਗੁਰੂ, ਤੇਰੇ ਤੋਂ ਬਿਨਾਂ ਤਾਂ ਅੱਧੀ ਕੌਡੀ ਵੀ ਮੁੱਲ ਨਹੀਂ ਹੈ, ਤੁਧ ਬਿਨ ਅੱਡ ਨਾ ਮੋਲੋ। ਪਰ ਜੇ ਮੈਂ ਤੈਨੂੰ ਚੰਗਾ ਲੱਗ ਜਾ, ਤੈਨੂੰ ਭਾ ਜਾਵਾਂ, ਕੀਮਤ ਕੌਣ ਕਰੇ ਤੁਧ ਭਾਵਾਂ। ਜੇ ਮੈਂ ਗੁਰੂ ਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਗਿਆ, ਉਹਨੂੰ ਭਾ ਜਾਵਾਂ, ਫਿਰ ਕੀਮਤ ਕੌਣ ਕਰੇ, ਫਿਰ ਮੇਰੀ ਕੀਮਤ ਕੌਣ ਪਾ ਸਕਦਾ, ਫਿਰ ਮੈਨੂੰ ਕੌਣ ਖਰੀਦ ਸਕਦਾ। ਜੇ ਗੁਰੂ ਨੇ ਮੈਨੂੰ ਮਹਾਨ ਕਹਿ ਦਿੱਤਾ, ਜੇ ਗੁਰੂ ਨੇ ਮੈਨੂੰ ਪ੍ਰਵਾਨ ਕਰ ਲਿਆ, ਫਿਰ ਉਸ ਬੰਦੇ ਦਾ ਤਾਂ ਬਜ਼ਾਰੂ ਮੁੱਲ ਹੋ ਨਹੀਂ ਸਕਦਾ। ਜਹਾਂਗੀਰ ਬਾਦਸ਼ਾਹ ਵੀ ਇੱਕ ਘਾਹੀ ਸਿੱਖ ਦੇ ਕੱਖ ਨਹੀਂ ਸੀ ਖਰੀਦ ਸਕਿਆ। ਵਿਸਾਖੀ ਆਪਾਂ ਸਾਰਿਆਂ ਨੇ ਸੁਣੀ ਹੈ। ਜਦੋਂ ਇੱਕ ਗਰੀਬ ਘਾਹ ਪੱਟਣ ਵਾਲਾ ਭੁਲੇਖੇ ਨਾਲ ਜਾਣਾ ਸੀ ਪਾਤਸ਼ਾਹ ਕੋਲੇ, ਚਲਿਆ ਗਿਆ ਜਹਾਂਗੀਰ ਦੇ ਤੰਬੂ ਵਿੱਚ, ਘਾਹ ਅੱਗੇ ਰੱਖ ਕੇ 6ਵੇਂ ਪਾਤਸ਼ਾਹ ਨੂੰ ਬੇਨਤੀ ਕਰਦਾ, ਸੱਚੇ ਪਾਤਸ਼ਾਹ ਮੇਰਾ ਜਨਮ ਮਰਨ ਕੱਟ ਦਿਓ, ਮੈਨੂੰ ਮੁਕਤੀ ਚਾਹੀਦੀ ਹੈ। ਜਹਾਂਗੀਰ ਸਮਝ ਗਿਆ ਸੀ ਇਹ ਭੁਲੇਖੇ ਨਾਲ ਆਇਆ, ਕਿਉਂਕਿ ਸੱਚਾ ਪਾਤਸ਼ਾਹ ਕਿਹਨੂੰ ਕਹਿੰਦੇ ਸੀ? ਗੁਰੂ ਜੀ ਨੂੰ ਕਹਿੰਦੇ ਸੀ। ਜਹਾਂਗੀਰ ਨੇ ਸੱਚੋ ਸੱਚ ਦੱਸ ਦਿੱਤਾ ਵੀ ਮੈਂ ਸੱਚਾ ਪਾਤਸ਼ਾਹ ਨਹੀਂ, ਜਿਹਨੂੰ ਤੁਸੀਂ ਸੱਚਾ ਪਾਤਸ਼ਾਹ ਕਹਿੰਦੇ ਹੋ ਦੂਜੇ ਤੰਬੂ 'ਚ ਹੈ, ਮੈਂ ਜਹਾਂਗੀਰ ਬਾਦਸ਼ਾਹ। ਤੁਸੀਂ ਕਹਿੰਦੇ ਹੋ ਜਨਮ ਮਰਨ ਕੱਟ ਦਿਓ, ਕਹਿੰਦੇ ਮੈਂ ਤਾਂ ਪਹਿਲੀ ਵਾਰੀ ਸੁਣਿਆ ਵੀ ਹੁੰਦਾ ਕੀ ਹੈ। ਤੁਸੀਂ ਮੁਕਤੀ ਮੰਗ ਰਹੇ ਹੋ, ਮੈਨੂੰ ਤਾਂ ਆਪ ਨੂੰ ਹੀ ਨਹੀਂ ਪਤਾ ਮੁਕਤੀ ਕੀ ਹੁੰਦੀ ਹੈ। ਉਹ ਕਹਿੰਦਾ ਉਹ ਮੈਂ ਭੁਲੇਖੇ ਨਾਲ ਆ ਗਿਆ। ਉਹਨੇ ਆਪਣੀ ਘਾਹ ਦੀ ਪੰਡ ਵਾਪਸ ਚੱਕੀ, ਜਦੋਂ ਚੱਕਣ ਲੱਗਿਆ ਤੇ ਬਾਦਸ਼ਾਹ ਨੇ ਹੱਥ ਫੜ ਲਿਆ।
ਕਹਿੰਦਾ ਆਹ ਕੱਖ ਮੇਰੇ ਸਾਹਮਣੇ ਤੋਂ ਚੱਕ ਕੇ ਮੈਨੂੰ ਕੱਖਾਂ ਤੋਂ ਹੌਲਾ ਨਾ ਕਰ। ਮੇਰੀ ਅੰਦਰੋਂ ਅੰਦਰੀ ਬੇਇੱਜ਼ਤੀ ਹੈ, ਇਹਦੇ ਵਿੱਚ ਨਿਰਾਦਰੀ ਹੈ। ਜੇ ਤੂੰ ਚਾਹੇ ਤਾਂ ਇਹਦੇ ਬਰਾਬਰ ਖਜ਼ਾਨਾ ਲੈ ਲੈ, ਤੇਰੀ ਜ਼ਿੰਦਗੀ ਭਰ ਦੀ ਗਰੀਬੀ ਕੱਟੀ ਜਾ ਸਕਦੀ ਹੈ। ਉੱਥੇ ਘਾਹੀ ਨੇ ਕਿਹਾ ਸੀ ਇਹ ਕੱਖ ਨਹੀਂ, ਇਹ ਗੁਰੂ ਦਾ ਪ੍ਰੇਮ ਹੈ, ਤੇ ਗੁਰੂ ਦੇ ਪ੍ਰੇਮ ਦਾ ਕਦੇ ਵੀ ਬਾਜ਼ਾਰੂ ਮੁੱਲ ਨਹੀਂ ਹੋਇਆ ਕਰਦਾ। ਤੇਰੇ ਵਰਗੇ ਵਪਾਰੀ ਤੇ ਮੈਨੂੰ ਬਹੁਤ ਮਿਲਦੇ ਨੇ। ਅੱਜ ਮੈਂ ਵਪਾਰ ਕਰਕੇ ਨਹੀਂ ਆਇਆ, ਅੱਜ ਮੈਂ ਪਿਆਰ ਕਰਕੇ ਆਇਆ। ਹਿੰਦੁਸਤਾਨ ਦਾ ਬਾਦਸ਼ਾਹ ਇੱਕ ਗਰੀਬ ਘਾਹ ਪੱਟਣ ਵਾਲੇ ਦੀ ਮਿੰਨਤ ਤਰਲੇ ਕਰਦਾ ਵੀ ਜੇ ਤੇ ਕੱਖ ਚੱਕ ਲੈ ਨਾ ਵਾਪਸ, ਫਿਰ ਮੈਂ ਕੱਖਾਂ ਤੋਂ ਹੌਲਾ ਹੋ ਗਿਆ। ਲੋਕ ਕੀ ਕਹਿਣਗੇ ਕਿ ਬਾਦਸ਼ਾਹ ਹੋ ਕੇ ਇੱਕ ਗਰੀਬ ਬੰਦੇ ਤੋਂ ਕੱਖ ਨਹੀਂ ਖਰੀਦ ਸਕਿਆ। ਹੁਣ ਹਿਸਾਬ ਆਪੇ ਲਾਓ ਵੀ ਦੋਨਾਂ ਵਿੱਚੋਂ ਵੱਡਾ ਕੌਣ ਹੈ। ਇੱਕ ਉਹ ਗੁਰੂ ਕਾ ਸਿੱਖ ਜਿਹੜਾ ਕੱਖਾਂ ਦੇ ਪਿੱਛੇ ਬਾਦਸ਼ਾਹੀਆਂ ਨੂੰ ਵੀ ਠੋਕਰ ਮਾਰ ਰਿਹਾ, ਨਿਲਾਮ ਕਰ ਰਿਹਾ, ਤੇ ਦੂਜੇ ਪਾਸੇ ਉਹ ਬਾਦਸ਼ਾਹ ਜਿਹੜਾ ਬਾਦਸ਼ਾਹ ਹੋ ਕੇ ਵੀ ਕੱਖ ਤੱਕ ਨਹੀਂ ਖਰੀਦ ਸਕਿਆ। ਤੇ ਜਿਹੜਾ ਕੱਖ ਵੀ ਨਾ ਖਰੀਦ ਸਕੇ ਉਹ ਬਾਦਸ਼ਾਹ ਕਾਹਦਾ ਹੋਇਆ। ਉਹਨੂੰ ਸਤਿਗੁਰੂ ਜੀ ਨੇ ਕਿਹਾ ਕੀਮਤ ਕੌਣ ਕਰੇ ਤੁਧ ਭਾਵਾਂ। ਜੇ ਮੈਂ ਆਪਣੇ ਗੁਰੂ ਨੂੰ ਭਾ ਜਾਵਾਂ ਫਿਰ ਮੇਰੀ ਕੀਮਤ ਕੋਈ। ਦੇਖ ਦਿਖਾਵੇ ਢੋਲੋ, ਢੋਲੋ ਕਹਿੰਦੇ ਪਿਆਰਾ, ਜਿਹੜਾ ਗੁਰੂ ਆਪ ਦਰਸ਼ਨ ਕਰਕੇ ਮੈਨੂੰ ਵੀ ਦਰਸ਼ਨ ਕਰਵਾ ਦੇਵੇ, ਜੇ ਮੈਂ ਉਹਦੇ ਨਾਲ ਜੁੜ ਜਾਵਾਂ ਫਿਰ ਮੇਰੀ ਕੀਮਤ ਕੋਈ ਨਹੀਂ। ਬਸ ਵਿਸਾਖੀ ਵਾਲੇ ਦਿਨ ਐਸੇ ਕੀਮਤੀ ਹੀਰਿਆਂ ਦੀ ਹੀ ਪਰਖ ਕੀਤੀ ਸੀ ਪਾਤਸ਼ਾਹ ਨੇ। ਉਹਨਾਂ ਦੇ ਸਿਦਕ ਦੀ ਪਰਖ, ਉਹਨਾਂ ਦੇ ਪ੍ਰੇਮ ਦੀ ਪਰਖ। ਜਦੋਂ ਸਿਦਕ ਦੀ ਪਰਖ ਕੀਤੀ ਜਾਂਦੀ ਹੈ, ਪ੍ਰੇਮ ਦੀ ਪਰਖ ਕੀਤੀ ਜਾਂਦੀ ਹੈ, ਉਹ ਨਾ ਤਾਂ ਅਹੁਦਿਆਂ ਦੇ ਨਾਲ ਕੀਤੀ ਜਾਂਦੀ ਹੈ ਵੀ ਇਹਦੇ ਕੋਲ ਅਹੁਦਾ ਕਿੱਡਾ ਹੈ, ਨਾ ਉਹ ਜਾਤਾਂ ਬਿਰਾਦਰੀਆਂ ਦੇ ਨਾਲ ਕੀਤੀ ਜਾਂਦੀ ਹੈ, ਨਾ ਉਹ ਅਮੀਰੀ ਗਰੀਬੀ ਦੇ ਵਿੱਚ ਤੋਲ ਕੇ ਕੀਤੀ ਜਾਂਦੀ ਹੈ। ਇਸ ਕਰਕੇ ਸਤਿਗੁਰੂ ਜੀ ਨੇ ਆ ਸਾਰੀਆਂ ਚੀਜ਼ਾਂ ਪਿੱਛੇ ਰੱਖਤੀਆਂ ਸੀ। ਜਦੋਂ ਸਿਦਕ ਦੀ ਪਰਖ ਹੋਈ, ਪ੍ਰੇਮ ਦੀ ਪਰਖ ਹੋਈ, ਉਦੋਂ ਕੋਈ ਗਰੀਬੀ ਅਮੀਰੀ ਨਹੀਂ ਦੇਖੀ ਗਈ, ਨਾ ਅਹੁਦਾ ਦੇਖਿਆ ਗਿਆ, ਨਾ ਜਾਤ ਬਿਰਾਦਰੀ ਦੇਖੀ ਗਈ ਸੀ। ਕਿਉਂਕਿ ਪੰਜ ਪਿਆਰੇ ਨੇ ਨਾ ਜਿਹੜੇ, ਇਹਨਾਂ ਦੀਆਂ ਬੋਲੀਆਂ ਵੱਖਰੀਆਂ ਵੱਖਰੀਆਂ, ਕਲਚਰ ਵੱਖਰੇ ਵੱਖਰੇ, ਇਲਾਕੇ ਵੱਖਰੇ ਵੱਖਰੇ, ਖਾਨਦਾਨ ਵੱਖਰੇ ਵੱਖਰੇ, ਜਾਤਾਂ ਵੱਖਰੀਆਂ ਵੱਖਰੀਆਂ, ਔਰ ਹਿੰਦੁਸਤਾਨ ਦੇ ਵੱਖਰੇ ਵੱਖਰੇ ਕੋਨਿਆਂ ਤੋਂ ਪਹੁੰਚੇ ਨੇ ਪਾਤਸ਼ਾਹ ਦੇ ਕੋਲੇ। ਉੱਥੇ ਗੁਰੂ ਸਾਹਿਬ ਨੇ ਇੱਕ ਸ਼ਰਤ ਰੱਖੀ ਸੀ, ਜੋ ਤਉ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਬਸ ਜਦੋਂ ਪ੍ਰੇਮ ਦੀ ਪਰਖ ਕਰਨੀ ਹੋਵੇ ਉਦੋਂ ਇੱਕੋ ਹੀ ਸ਼ਰਤ ਹੁੰਦੀ ਹੈ, ਉਹ ਹੈ ਆਪਣਾ ਆਪਾ ਸਮਰਪਿਤ ਕਰ ਦੇਣਾ, ਆਪਣਾ ਸਿਰ ਦੇਣਾ। ਤੇ ਜਿਨ੍ਹਾਂ ਨੇ ਫਿਰ ਆਪਣੇ ਸਿਰ ਦਿੱਤੇ, ਆਪਣਾ ਆਪਾ ਸਮਰਪਿਤ ਕੀਤਾ, ਉਹਨੂੰ ਗੁਰੂ ਜੀ ਨੇ ਫਿਰ ਕੀ ਕਿਹਾ ਸੀ ਵੀ ਇਹ ਮੇਰੇ ਪਿਆਰੇ ਨੇ, ਇਹ ਮੈਨੂੰ ਪਿਆਰੇ ਨੇ। ਔਰ ਐਨੇ ਪਿਆਰੇ ਕਿ ਜਿਨ੍ਹਾਂ ਵਾਸਤੇ ਆਪਣੇ ਪੁੱਤਰਾਂ ਨੂੰ ਵੀ ਕੁਰਬਾਨ ਕੀਤਾ ਜਾ ਸਕਦਾ ਹੈ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਇਹਨਾਂ ਪੁੱਤਰਾਂ ਦੇ ਵਾਸਤੇ ਮੈਂ 4 ਪੁੱਤਰ ਵਾਰੇ ਹੈ। ਮਤਲਬ ਖਾਲਸੇ ਪੁੱਤਰ ਵਾਸਤੇ ਆਪਣੇ ਪੁੱਤਰਾਂ ਨੂੰ ਕੁਰਬਾਨ ਕੀਤਾ ਜਾ ਸਕਦਾ ਹੈ। ਭਾਵ ਸਤਿਗੁਰੂ ਜੀ ਨੇ ਆਪਣੇ ਪੁੱਤਾਂ ਨਾਲੋਂ ਜ਼ਿਆਦਾ ਪਿਆਰ ਖਾਲਸੇ ਨੂੰ ਕੀਤਾ ਸੀ। ਤੋ ਪਾਤਸ਼ਾਹ ਨੂੰ ਯਾਦ ਕਰੀਏ,
ਜਿਨ੍ਹਾਂ ਨੇ ਆਪਣੇ ਪੁੱਤ ਵਾਰ ਕੇ ਸਾਨੂੰ ਸਰਦਾਰੀਆਂ ਬਖਸ਼ਿਸ਼ ਕੀਤੀਆਂ, ਜਿਨ੍ਹਾਂ ਨੇ ਗੋਦ ਆਪਣੀ ਖਾਲੀ ਕਰਵਾ ਕੇ ਸਾਨੂੰ ਆਪਣੇ ਪੁੱਤ ਬਣਾ ਕੇ, ਗੋਦੀ ਦਾ ਸ਼ਿੰਗਾਰ ਬਣਾ ਕੇ ਆਪਣੀ ਗੋਦ ਵਿੱਚ ਬਿਠਾ ਕੇ ਪਿਆਰ ਕੀਤਾ ਹੈ। ਫਿਰ ਕਿਉਂ ਨਾ ਬਲਿਹਾਰੇ ਜਾਈਏ ਐਸੀ ਸਤਿਗੁਰੂ ਤੋਂ। ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਧ ਚਾਰ, ਚਾਰ ਬੂਏ ਤੇ ਕਿਆ ਹੁਆ ਜੀਵਤ ਕਈ ਹਜ਼ਾਰ। ਜਦੋਂ ਅਸੀਂ ਅਰਦਾਸ ਪੜ੍ਹਦੇ ਆ ਨਾ ਦੂਜੇ ਪਹਿਰੇ ਦੇ ਵਿੱਚ, ਉਦੋਂ ਵੀ ਪੰਜ ਪਿਆਰਿਆਂ ਦਾ ਜ਼ਿਕਰ ਪਹਿਲਾਂ ਆਉਂਦਾ, ਚਾਰ ਸਾਹਿਬਜ਼ਾਦਿਆਂ ਦਾ ਬਾਅਦ ਵਿੱਚ ਆਉਂਦਾ। ਪਹਿਲ ਪੰਜ ਪਿਆਰਿਆਂ ਨੂੰ ਦਿੱਤੀ ਹੈ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ। ਇਹਦਾ ਮਤਲਬ ਸਤਿਗੁਰੂ ਜੀ ਆਪਣੇ ਖਾਲਸੇ ਪੁੱਤਰ ਨੂੰ, ਨਾਦੀ ਪੁੱਤਰ ਨੂੰ, ਬਿੰਦੀ ਪੁੱਤਰ ਨਾਲੋਂ, ਬਲੱਡ ਰਿਲੇਸ਼ਨ ਨਾਲੋਂ, ਖੂਨ ਦੇ ਰਿਸ਼ਤਿਆਂ ਨਾਲੋਂ ਵੀ ਜ਼ਿਆਦਾ ਅਹਿਮੀਅਤ ਦਿੰਦੇ, ਜ਼ਿਆਦਾ ਪਿਆਰ ਦਿੰਦੇ। ਤਾਂ ਸਭ ਤੋਂ ਪਹਿਲਾਂ ਭਾਈ ਦਇਆ ਰਾਮ ਜੀ ਆਏ ਸੀ ਖੱਤਰੀ ਲਾਹੌਰ ਦੇ। ਫਿਰ ਭਾਈ ਧਰਮ ਚੰਦ ਜੀ ਆਏ ਸੀ ਹਸਤਨਾਪੁਰ ਦੇ। ਭਾਈ ਹਿੰਮਤ ਰਾਏ ਜੀ ਆਏ ਤੀਜੇ ਥਾਂ ਤੇ ਜਗਨਨਾਥਪੁਰੀ ਤੋਂ। ਅਰੇ ਭਾਈ ਹਿੰਮਤ ਰਾਏ ਜੀ ਬਾਬਾ ਛੱਜੂ ਝੀਵਰ ਦੇ ਪਰਿਵਾਰ ਵਿੱਚੋਂ ਨੇ, ਜਿਨ੍ਹਾਂ ਤੇ 8ਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਸੀ, ਗੀਤਾ ਦੇ ਅਰਥ ਕੀਤੇ ਸੀ। ਇਸ ਪਰਿਵਾਰ ਦੀ ਉੱਧਰ ਡਿਊਟੀ ਲੱਗੀ ਸੀ ਜਗਨਨਾਥਪੁਰੀ ਸਾਈਡ ਪ੍ਰਚਾਰ ਦੀ। ਉੱਥੋਂ ਇਹਨਾਂ ਦੇ ਪਰਿਵਾਰ ਵਿੱਚੋਂ ਹੀ ਹਿੰਮਤ ਰਾਏ ਜੀ ਪੈਦਾ ਹੋਏ ਸੀ ਔਰ ਫਿਰ ਆਨੰਦਪੁਰ ਸਾਹਿਬ ਪਹੁੰਚ ਕੇ ਪੰਜਾਂ ਪਿਆਰਿਆਂ ਦੇ ਵਿੱਚ ਸ਼ਾਮਲ ਹੋਏ ਔਰ ਤੀਜੇ ਨੰਬਰ ਤੇ ਇਹਨਾਂ ਨੇ ਆਪਣਾ ਸੀਸ ਕੁਰਬਾਨ ਕੀਤਾ ਸੀ। ਭਾਈ ਮੋਹਕਮ ਚੰਦ ਜੀ ਦਵਾਰਕਾ ਤੋਂ ਤੇ ਭਾਈ ਸਾਹਿਬ ਰਾਮ ਜੀ ਬਿਦਰ ਤੋਂ। ਇੱਥੋਂ ਇੱਕ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ, ਪੰਜਾਂ ਪਿਆਰਿਆਂ ਦੇ ਘਰ ਦੇ ਵਿੱਚ ਜਿਹੜੀ ਸਿੱਖੀ ਹੈ ਪਿੱਛੇ ਤੋਂ ਚਲੀ ਆ ਰਹੀ ਹੈ। ਤਾਂ ਨੁਕਤਾ ਕੀ ਹੋਇਆ, ਅਗਰ ਪਿੱਛੇ ਤੋਂ ਹੀ ਚਲੀ ਆ ਰਹੀ ਹੈ, ਪਹਿਲਾਂ ਤੋਂ ਹੀ ਚੱਲੀ ਆ ਰਹੀ ਹੈ, ਤੇ ਇਹਦਾ ਮਤਲਬ ਜਿਹੜੇ ਮਾਪੇ ਸੀ, ਮਾਂ ਪਿਓ ਸੀ, ਬੜੇ ਸਿੱਖੀ ਨਾਲ ਜੁੜੇ ਹੋਏ ਸੀ ਔਰ ਉਹਨਾਂ ਨੇ ਆਪਣੇ ਪਰਿਵਾਰ ਦੇ ਵਿੱਚ ਸਿੱਖੀ ਦੀ ਸੰਭਾਲ ਕੀਤੀ ਸੀ। ਸਿੱਖੀ ਦੇ ਬੂਟੇ ਨੂੰ ਸੁੱਕਣ ਨਹੀਂ ਸੀ ਦਿੱਤਾ, ਸਮੇਂ-ਸਮੇਂ ਤੇ ਉਹਨਾਂ ਨੇ ਸਿੰਜਿਆ। ਤਾਂ ਹੀ ਤੇ ਭਾਈ ਛੱਜੂ ਝੀਵਰ ਜੀ ਦੇ ਘਰ ਦੇ ਵਿੱਚੋਂ ਭਾਈ ਹਿੰਮਤ ਸਿੰਘ ਜੀ ਪੈਦਾ ਹੋਏ, ਕਿਉਂਕਿ ਪਹਿਲਾਂ ਤੋਂ ਹੀ ਸਿੱਖੀ ਦਾ ਬੀਜ ਉਸ ਪਰਿਵਾਰ ਦੇ ਵਿੱਚ ਬੀਜਿਆ ਹੋਇਆ ਔਰ ਉਸ ਬੀਜ ਨੂੰ ਸੰਭਾਲਿਆ ਹੋਇਆ। ਤਾਂ ਪਹਿਲੀ ਸਿੱਖਿਆ ਸਾਨੂੰ ਇਹਦੇ ਵਿੱਚੋਂ ਇਹ ਮਿਲਦੀ ਹੈ ਵੀ ਅਸੀਂ ਸਿੱਖੀ ਦੇ ਬੂਟੇ ਦੀ ਸੰਭਾਲ ਕਰਨ ਦੀ ਜਿਹੜੀ ਪ੍ਰੇਰਣਾ ਹੈ ਉਹ ਇਸ ਗੱਲ ਤੋਂ ਅਸੀਂ ਲੈਣੀ ਹੈ। ਦੂਜੀ ਗੱਲ, ਕੋਈ ਜਗਨਨਾਥਪੁਰੀ ਤੋਂ ਆ ਰਿਹਾ, ਕੋਈ ਬਿਦਰ ਤੋਂ ਆ ਰਿਹਾ, ਕੋਈ ਦਵਾਰਕਾ ਤੋਂ ਆ ਰਿਹਾ, ਕਿੱਥੇ ਆਨੰਦਪੁਰ ਸਾਹਿਬ, ਕਿੱਥੇ ਜਗਨਨਾਥਪੁਰੀ। ਨਾ ਬੱਸਾਂ, ਨਾ ਰੇਲਾਂ, ਨਾ ਗੱਡੀਆਂ, ਕੁਝ ਵੀ ਨਹੀਂ ਸੀ। ਬੈਲ ਗੱਡੀਆਂ ਤੇ ਜਾਂ ਪੈਦਲ। ਜਦੋਂ ਕਿ ਰਸਤਿਆਂ ਦੇ ਵਿੱਚ ਆਮ ਲੁਟੇਰੇ ਲੁੱਟ ਲਿਆ ਕਰਦੇ ਸਨ, ਖਤਰੇ ਵੀ ਸਨ। 2-2 ਮਹੀਨਿਆਂ ਦਾ ਸਫ਼ਰ ਲਗਾਤਾਰ ਉਹਨਾਂ ਨੂੰ ਕਰਨਾ ਪੈਂਦਾ ਸੀ, ਕਿਤੇ ਬਿਦਰ, ਕਿਤੇ ਦਵਾਰਕਾ ਤੇ ਕਿਤੇ ਆਨੰਦਪੁਰ ਸਾਹਿਬ। ਇਹਦਾ ਮਤਲਬ ਜਦੋਂ ਸਤਿਗੁਰੂ ਜੀ ਨੇ ਹੁਕਮਨਾਮੇ ਭੇਜੇ, ਚਿੱਠੀਆਂ ਕੱਢੀਆਂ ਵੀ ਆਨੰਦਪੁਰ ਸਾਹਿਬ ਵਿਖੇ ਇੱਕ ਪ੍ਰੋਗਰਾਮ ਦੇਣਾ। ਕਿਹੜਾ ਪ੍ਰੋਗਰਾਮ, ਕੀ ਹੋਣਾ, ਇਹ ਨਹੀਂ ਦੱਸਿਆ। ਤੇ ਸਿੱਖ ਨੇ ਜਿਹੜੇ ਉਹ ਹੋਮੋ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ। ਤੇ ਸਿੱਖ ਗੁਰੂ ਜੀ ਦੇ ਹੁਕਮ ਨੂੰ ਪਾ ਕੇ ਪਹੁੰਚੇ।
ਇਹਦਾ ਮਤਲਬ ਸਿੱਖੀ ਕਿੰਨੀ ਦੂਰ ਦੂਰ ਤੱਕ ਫੈਲੀ ਹੋਈ ਸੀ ਔਰ ਕਿਸੇ ਸਹੂਲਤ ਤੋਂ ਬਿਨਾਂ ਹੀ ਕੇਵਲ ਗੁਰੂ ਜੀ ਦੇ ਪ੍ਰੇਮ ਦੇ ਵਿੱਚ ਬੱਝ ਕੇ ਔਖੇ ਪੈਂਡੇ ਝੱਲ ਕੇ ਦੁੱਖਾਂ ਤਕਲੀਫਾਂ ਦੇ ਵਿੱਚੋਂ ਨਿਕਲ ਕੇ ਇਤਨੀ ਦੂਰ 2-2 ਮਹੀਨਿਆਂ ਦਾ ਸਫ਼ਰ ਕਰਕੇ ਵੀ ਉਹ ਆਨੰਦਪੁਰ ਸਾਹਿਬ ਪਹੁੰਚੇ ਸੀ। ਮੱਥੇ ਤੋਂ ਪਤਾ ਲੱਗਦਾ ਹੈ ਵੀ ਗੁਰੂ ਜੀ ਦੇ ਹੁਕਮ ਦੇ ਪ੍ਰਤੀ, ਉਹਨਾਂ ਦੇ ਪਿਆਰ ਦੇ ਪ੍ਰਤੀ ਕਿੰਨੇ ਪਾਬੰਦ ਨੇ, ਕਿੰਨੀ ਖਿੱਚ ਹੈ ਉਹਨਾਂ ਦੇ ਅੰਦਰ। ਤੋਂ ਪਹੁੰਚੇ। ਹੁਣ ਬਹੁਤ ਵੱਡਾ ਭਾਰੀ ਇਕੱਠ ਹੋਇਆ। ਜਦੋਂ ਇਕੱਠ ਹੁੰਦਾ ਹੈ, ਇਕੱਠ ਸਾਰੇ ਦਾ ਸਾਰਾ ਪਿਆਰ ਦੇ ਵਿੱਚ ਬੱਝਿਆ ਨਹੀਂ ਹੁੰਦਾ। ਹਰੇਕ ਬੰਦੇ ਦਾ ਕੋਈ ਨਾ ਕੋਈ ਮਕਸਦ ਵੱਖਰਾ ਵੱਖਰਾ ਹੁੰਦਾ। ਕਈ ਤੇ ਗੁਰੂ ਦੇ ਪਿਆਰ ਕਰਕੇ ਹੀ ਆਉਂਦੇ ਨੇ, ਗੁਰੂ ਦਾ ਕੋਈ ਸ਼ਬਦ ਸੁਣਾਂਗੇ। ਕਈ ਲੰਗਰ ਕਰਕੇ ਆਉਂਦੇ ਨੇ, ਕਈ ਇਸ ਕਰਕੇ ਆਏ ਸਨ ਕਿ ਦੇਖਾਂਗੇ ਕੀ ਹੋਊਗਾ, ਗੁਰੂ ਸਾਹਿਬ ਨੇ ਕੀ ਪ੍ਰੋਗਰਾਮ ਦੇਣਾ, ਵੀ ਚੱਲ ਕੇ ਦੇਖਾਂਗੇ ਇੱਕ ਵਾਰੀ ਵੀ ਕੀ ਹੋਊਗਾ। ਕੁਛ ਜਿਗਿਆਸਾ ਕਰਕੇ ਕਈ ਆਏ। ਭਾਰੀ ਇਕੱਠ ਹੋਇਆ ਔਰ ਉਸ ਭਾਰੀ ਇਕੱਠ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਿੱਖੀ ਦੀ ਪਰਖ ਕੀਤੀ, ਸਿਦਕ ਦੀ ਪਰਖ ਕੀਤੀ, ਪ੍ਰੇਮ ਦੀ ਪਰਖ ਕੀਤੀ, ਉਦੋਂ ਇੱਕੋ ਹੀ ਸ਼ਰਤ ਰੱਖੀ ਸੀ। ਉਹ ਸ਼ਰਤ ਇਹ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਹੁਣ ਜਿਹੜਾ ਯੋਗ ਹੋਏਗਾ ਉਹ ਅੱਗੇ ਆਏਗਾ। ਤਾਂ ਇਹਦੇ ਵਿੱਚੋਂ ਸਾਨੂੰ ਇੱਕ ਨੁਕਤਾ ਇਹ ਮਿਲਦਾ ਹੈ, ਗੁਰੂ ਜੀ ਨੇ 5 ਪਿਆਰਿਆਂ ਦੀ ਜਿਹੜੀ ਚੋਣ ਹੈ ਉਹ ਯੋਗਤਾ ਦੇ ਆਧਾਰ ਤੇ ਕੀਤੀ ਹੈ, ਵੋਟਾਂ ਦੇ ਆਧਾਰ ਤੇ ਨਹੀਂ ਕੀਤੀ। ਉੱਥੇ ਇਹ ਨਹੀਂ ਦੇਖਿਆ ਵੀ ਕਿਹਦੇ ਮਗਰ ਗਿਣਤੀ ਵੱਧ ਹੈ। ਗਿਣਤੀ ਤਾਂ ਗਧਿਆਂ ਦੀ ਵੀ ਵੱਧ ਹੋ ਸਕਦੀ ਹੈ, ਫਿਰ ਤਾਂ ਸ਼ੇਰ ਹਾਰ ਜਾਏਗਾ, ਕਿਉਂਕਿ ਸ਼ੇਰ ਬਹੁਤ ਘੱਟ ਹੁੰਦੇ ਆ। ਗਿੱਦੜ ਜਿੱਤ ਸਕਦੇ ਆ ਕਿਉਂਕਿ ਗਿੱਦੜਾਂ ਦੀ ਗਿਣਤੀ ਬਹੁਤ ਹੁੰਦੀ ਹੈ। ਗਿਣਤੀ ਨਹੀਂ, ਗੁਰੂ ਸਾਹਿਬ ਨੇ ਗੁਣ ਦੀ ਗੱਲ ਕੀਤੀ ਸੀ, ਯੋਗਤਾ ਦੀ ਗੱਲ ਕੀਤੀ ਸੀ। ਤੇ ਜਿੱਥੇ ਯੋਗਤਾ ਦੀ ਗੱਲ ਹੋਵੇ ਉੱਥੇ ਸਿਲੈਕਸ਼ਨ ਹੁੰਦੀ ਹੈ, ਉੱਥੇ ਨਿਯੁਕਤੀ ਹੁੰਦੀ ਹੈ, ਨਿਯੁਕਤ ਕੀਤਾ ਜਾਂਦਾ ਹੈ। ਉੱਥੇ ਇਲੈਕਸ਼ਨ ਨਹੀਂ ਹੁੰਦੀ, ਉੱਥੇ ਚੋਣ ਨਹੀਂ ਹੁੰਦੀ, ਉੱਥੇ ਗਣਤੰਤਰ ਨਹੀਂ ਹੁੰਦਾ ਵੀ ਗਿਣਤੀ ਕਰੀਏ, ਉੱਥੇ ਗੁਣਤੰਤਰ ਹੁੰਦਾ ਵੀ ਗੁਣ ਕਿਹਦੇ 'ਚ ਜ਼ਿਆਦਾ ਨੇ। ਤਾਂ ਇਹ ਜਿਹੜਾ ਨੁਕਤਾ ਹੈ ਇਹ ਅੱਜ ਸਾਨੂੰ ਅਪਣਾਉਣ ਦੀ ਲੋੜ ਹੈ। ਯੋਗ ਬੰਦਿਆਂ ਨੂੰ ਜ਼ਿੰਮੇਵਾਰੀ ਦੇਣਾ, ਯੋਗ ਬੰਦਿਆਂ ਨੂੰ ਮਾਣ ਦੇਣਾ, ਇਹ ਅਸੀਂ ਇਤਿਹਾਸਕ ਨੁਕਤਿਆਂ ਤੋਂ ਜਿਹੜੀ ਗੱਲ ਹੈ ਉਹ ਸਮਝਣੀ ਹੈ। ਤੇ ਜਦੋਂ ਉਹਨਾਂ 5 ਨੇ ਸੀਸ ਭੇਟ ਕੀਤਾ, ਫਿਰ ਕੀਮਤ ਕੌਣ ਕਰੇ ਤੁਧ ਭਾਵਾਂ, ਫਿਰ ਉਹਨਾਂ ਦੀ ਕੀਮਤ ਕੋਈ ਨਹੀਂ ਸੀ ਪੈ ਸਕਦੀ। ਗੁਰੂ ਜੀ ਨੇ ਮਾਣ ਇੰਨਾ ਦਿੱਤਾ। ਤੇ ਇੱਕ ਗੱਲ ਕਹੀ ਸੀ ਸਤਿਗੁਰੂ ਜੀ ਨੇ 5 ਪਿਆਰਿਆਂ ਦੀ ਚੋਣ ਤੋਂ ਬਾਅਦ, ਖਾਲਸੇ ਨੂੰ ਕੁਝ ਵਰ ਦਿੱਤੇ ਸੀ, ਬਖਸ਼ਾਂ ਦਿੱਤੀਆਂ ਸੀ। ਖਾਲਸਾ ਮੇਰੋ ਰੂਪ ਹੈ ਖਾਸ, ਜਿਹਨੇ ਮੇਰਾ ਰੂਪ ਦੇਖਣਾ ਹੋਵੇ ਉਹ ਖਾਲਸੇ ਵਿੱਚੋਂ ਦੇਖ ਸਕਦਾ ਹੈ। ਮੇਰੇ ਤੇ ਖਾਲਸੇ ਦੇ ਵਿੱਚ ਕੋਈ ਫਰਕ ਨਹੀਂ, ਕਿਉਂਕਿ ਖਾਲਸਾ ਗੁਰੂ ਵਿੱਚੋਂ ਪੈਦਾ ਹੋਇਆ। ਇਸ ਕਰਕੇ ਜਦੋਂ ਗੁਰੂ ਦੀ ਗੱਲ ਕੀਤੀ, ਗੁਰੂ ਦੇ ਸਰੀਰ ਦੀ ਗੱਲ ਕੀਤੀ, ਗੁਰੂ ਜੀ ਨੇ 5 ਦੀ ਗੱਲ ਕੀਤੀ ਸੀ। ਅੱਜ ਵੀ ਜਿਹਨੇ ਗੁਰੂ ਨੂੰ ਪ੍ਰਸ਼ਾਦਾ ਛਕਾਉਣਾ ਹੁੰਦਾ ਉਹ ਕਹਿੰਦੇ 5 ਪਿਆਰਿਆਂ ਨੂੰ ਪ੍ਰਸ਼ਾਦਾ ਛਕਾਓ, ਕਿਉਂਕਿ 5 ਪਿਆਰੇ ਕੀ ਨੇ? ਗੁਰੂ ਦਾ ਰੂਪ ਨੇ।
ਜਦੋਂ ਖੰਡੇ ਕੀ ਪਹੁਲ ਵੀ ਤਿਆਰ ਕਰਨੀ ਹੋਵੇ ਉਦੋਂ ਵੀ ਪੰਜਾਂ ਦੀ ਡਿਊਟੀ ਲਾਈ ਸੀ ਵੀ ਪੰਜ ਤਿਆਰ ਕਰਨਗੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਥੇਦਾਰ ਬਣਾ ਕੇ ਭੇਜਿਆ ਸੀ ਉਦੋਂ ਵੀ ਸਰਪ੍ਰਸਤੀ ਪੰਜਾਂ ਦੀ ਸੀ। ਪੰਜ ਪਿਆਰੇ ਉਹਨਾਂ ਦੇ ਨਾਲ ਭੇਜੇ ਸੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਸੀ ਪੰਜਾਂ ਦੀ ਸਲਾਹ ਦੇ ਨਾਲ ਤੁਸੀਂ ਕਾਰਜ ਨੂੰ ਸਿਰੇ ਚੜਾਉਣਾ ਹੈ। ਇੰਨਾ ਮਾਣ ਦਿੱਤਾ ਸੀ। ਔਰ ਜਦੋਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਨ ਦੀ ਵਾਰੀ ਆਈ, ਸਤਿਗੁਰੂ ਜੀ ਨੇ ਇਹ ਵੀ ਇੱਕ ਕੌਤਕ ਰਚਾਇਆ। ਪੰਜਾਂ ਨੂੰ ਸਿੰਘ ਬਣਾ ਕੇ ਬਾਅਦ ਵਿੱਚ ਗੁਰੂ ਸਾਹਿਬ ਆਪ ਹੱਥ ਜੋੜ ਕੇ ਖੜ ਜਾਂਦੇ ਆ ਅੱਗੇ, ਪੰਜਾਂ ਦੇ ਅੱਗੇ। ਕਹਿੰਦੇ ਨੇ ਖੰਡੇ ਕੀ ਪਹੁਲ ਮੈਨੂੰ ਵੀ ਬਖਸ਼ਿਸ਼ ਕਰੋ। ਤੋ ਪੰਜਾਂ ਨੇ ਕਿਹਾ ਸੀ ਪਾਤਸ਼ਾਹ ਤੁਸੀਂ ਅੰਮ੍ਰਿਤ ਕੇ ਦਾਤੇ ਹੋ, ਤੁਹਾਨੂੰ ਵੀ ਲੋੜ ਹੈ। ਉਹ ਕਹਿੰਦੇ ਹਾਂ ਮੈਨੂੰ ਵੀ ਲੋੜ ਹੈ, ਤਾਂ ਕਿ ਕੱਲ੍ਹ ਨੂੰ ਕੋਈ ਇਹ ਨਾ ਕਹਿ ਸਕੇ ਵੀ ਮੇਰਾ ਅੰਮ੍ਰਿਤ ਛਕੇ ਤੋਂ ਬਿਨਾਂ ਹੀ ਸਰ ਜਾਏਗਾ। ਉਹ ਪੱਕੀ ਮੋਹਰ ਸੀ ਵੀ ਜੇ ਗੁਰੂ ਦਾ ਨਹੀਂ ਸਰਿਆ ਤੇ ਆਮ ਸਿੱਖ ਦਾ ਕਿਵੇਂ ਸਰ ਜੂਗਾ ਅੰਮ੍ਰਿਤ ਛਕੇ ਤੋਂ ਬਿਨਾਂ। ਇਸ ਗੱਲ ਤੇ ਗੁਰੂ ਸਾਹਿਬ ਨੇ ਪਹਿਰਾ ਦੇਣ ਦੀ ਗੱਲ ਕੀਤੀ ਸੀ ਦ੍ਰਿੜਤਾ ਦੇ ਨਾਲ, ਤਾਂ ਕਿ ਸਿੱਖ ਪੱਕਾ ਇਸ ਗੱਲ ਨੂੰ ਸਮਝ ਜਾਏ ਵੀ ਜਦੋਂ ਗੁਰੂ ਸਾਹਿਬ ਹੱਥ ਜੋੜ ਰਹੇ ਆ ਖੰਡੇ ਕੀ ਪਹੁਲ ਵਾਸਤੇ, ਫਿਰ ਆਮ ਸਿੱਖ ਦਾ ਤੇ ਕਹਿਣਾ ਹੀ ਕਿਆ ਹੈ। ਉਹਨੂੰ ਤੇ ਹੱਥ ਜੋੜਨੇ ਹੀ ਚਾਹੀਦੇ, ਉਹਨੂੰ ਤੇ ਸਿੱਖੀ ਦੇ ਵਿੱਚ ਪ੍ਰਵੇਸ਼ ਕਰਨਾ ਹੀ ਚਾਹੀਦਾ। ਜੇ ਗੁਰੂ ਦਾ ਨਹੀਂ ਸਰਿਆ ਤੇ ਸਿੱਖ ਦਾ ਕਿਵੇਂ ਸਰੇਗਾ ਅੰਮ੍ਰਿਤ ਛਕੇ ਤੋਂ ਬਿਨਾਂ। ਆਹ ਗੱਲ ਸਮਝਾਉਣਾ ਚਾਹੁੰਦੇ ਸੀ। ਦੂਜੀ ਗੱਲ ਜਿਹੜੀ ਇਹਦੇ ਵਿੱਚੋਂ ਸੀ ਉਹ ਇਹ ਸੀ ਕਿ ਸਿੱਖਾਂ ਨੂੰ ਇਹ ਗੱਲ ਸਮਝਾਈ ਜਾ ਸਕੇ, ਜਦੋਂ ਮਰਿਆਦਾ ਦੀ ਗੱਲ ਕੀਤੀ ਸੀ ਨਾ ਕਿ ਹੁਣ ਮੈਨੂੰ ਮਰਿਆਦਾ ਦ੍ਰਿੜ ਕਰਾਓ, ਪੰਜਾਂ ਪਿਆਰਿਆਂ ਨੇ ਕਿਹਾ ਪਾਤਸ਼ਾਹ ਕਿਹੜੀ? ਉਹ ਕਹਿੰਦੇ ਜਿਹੜੀ ਤੁਹਾਨੂੰ ਦ੍ਰਿੜ ਕਰਵਾਈ ਆ ਉਹੀ ਮੈਨੂੰ ਕਰਵਾਓ। ਉਹ ਕਹਿੰਦੇ ਇਹ ਕੀ? ਸਿੱਖਾਂ ਵਾਸਤੇ ਵੀ ਉਹੀ ਮਰਿਆਦਾ, ਗੁਰੂ ਵਾਸਤੇ ਵੀ ਉਹੀ ਮਰਿਆਦਾ। ਗੁਰੂ ਸਾਹਿਬ ਕਹਿੰਦੇ ਕਿ ਅਸਲ ਵਿੱਚ ਮਰਿਆਦਾ ਹੀ ਵੱਡੀ ਹੁੰਦੀ ਹੈ, ਸ਼ਖਸੀਅਤ ਵੱਡੀ ਨਹੀਂ ਹੁੰਦੀ। ਇਸ ਕਰਕੇ ਕਿਹਾ ਸੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਰਹਿਤ ਪਿਆਰੀ ਹੈ ਮੈਨੂੰ, ਕਾਨੂੰਨ ਪਿਆਰਾ ਹੈ, ਸਿਧਾਂਤ ਪਿਆਰਾ ਹੈ, ਵਿਚਾਰਧਾਰਾ ਪਿਆਰੀ ਹੈ। ਸ਼ਖਸੀਅਤ ਦੀ ਜੇ ਕਦਰ ਹੁੰਦੀ ਹੈ ਉਹ ਵਿਚਾਰਧਾਰਾ ਕਰਕੇ ਹੁੰਦੀ ਹੈ, ਹੁਕਮ ਕਰਕੇ ਹੁੰਦੀ ਹੈ, ਮੰਨਣ ਕਰਕੇ ਹੁੰਦੀ ਹੈ, ਬਾਣੀ ਕਰਕੇ ਹੁੰਦੀ ਹੈ। ਜੇ ਸਿੱਖ ਵਿੱਚੋਂ ਬਾਣੀ ਕੱਢਦੀ ਹੈ ਪਿੱਛੇ ਤਾਂ ਥੋਥਾ ਭੇਖ ਹੈ, ਮੁਰਦਾ ਹੈ, ਭੇਖ ਹੈ। ਤਾਂ ਪਾਤਸ਼ਾਹ ਨੇ ਕਿਹਾ ਸੀ ਪੰਜਾਂ ਪਿਆਰਿਆਂ ਨੂੰ ਹੁਣ ਮੈਨੂੰ ਮਰਿਆਦਾ ਦ੍ਰਿੜ ਕਰਾਓ, ਜਿਹੜੀ ਤੁਹਾਨੂੰ ਦੱਸੀ ਹੈ ਉਹੀ ਤੁਸੀਂ ਮੈਨੂੰ ਦੱਸੋ। ਜਿਹੜੀ ਮਰਿਆਦਾ ਸਿੱਖ ਮੰਨਣਗੇ ਗੁਰੂ ਵੀ ਉਸੇ ਦਾ ਹੀ ਪਾਬੰਦ ਹੋਏਗਾ। ਤਾਂ ਗੁਰੂ ਸਾਹਿਬ ਨੇ ਦੱਸਣਾ ਇਹ ਸੀ ਕਿ ਹਮੇਸ਼ਾ ਬਾਣੀ ਦਾ ਸਿਧਾਂਤ ਉੱਪਰ ਹੈ, ਸ਼ਖਸੀਅਤ ਥੱਲੇ। ਅਸੀਂ ਸ਼ਖਸੀਅਤ ਪ੍ਰਸਤ ਨਹੀਂ ਸੀ ਬਣਨਾ, ਅਸੀਂ ਸ਼ਬਦ ਪ੍ਰਸਤ ਬਣਨਾ ਸੀ। ਇਸ ਕਰਕੇ 10ਵੇਂ ਜਾਮੇ ਦੇ ਵਿੱਚ ਪਾਤਸ਼ਾਹ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਸੀ। ਇਹ ਸਭ ਤੋਂ ਉੱਪਰ ਹੈ, ਸਰੀਰ ਤੇ ਆਉਣਾ ਜਾਣਾ ਹੈ। ਇਸ ਕਰਕੇ ਕਿਹਾ ਸੀ ਆਤਮਾ ਗ੍ਰੰਥ ਮੇਂ ਸਰੀਰ ਪੰਥ ਮੇਂ। ਸਰੀਰ ਤੋਂ ਬਿਨਾਂ ਵੀ ਨਹੀਂ ਸਰਦਾ, ਪਰ ਸਰੀਰ ਦੀ ਆਪਣੀ ਥਾਂ ਹੈ। ਸਰੀਰ ਨੂੰ ਜਮਾਂ ਅਸੀਂ ਕੱਟ ਨਹੀਂ ਸਕਦੇ। ਜੇ ਸਰੀਰ ਹੀ ਨਾ ਹੋਊਗਾ ਤੇ ਪਾਠ ਕੌਣ ਸੁਣਾਊਗਾ, ਕੀਰਤਨ ਕੌਣ ਸੁਣਾਊਗਾ, ਕਥਾ ਕੌਣ ਸੁਣਾਊਗਾ? ਤੇ ਸਰੀਰ ਹੀ ਨਾ ਹੋਇਆ ਤਾਂ ਕੀਰਤਨ ਸੁਣੂਗਾ ਕੌਣ, ਪਾਠ ਸੁਣੂਗਾ ਕੌਣ, ਗੁਰਦੁਆਰੇ ਕੌਣ ਬਣਾਊਗਾ, ਲੰਗਰ ਕੌਣ ਤਿਆਰ ਕਰੂਗਾ, ਅੰਮ੍ਰਿਤ ਕੌਣ ਛਕਾਊਗਾ ਜੇ ਸਰੀਰ ਹੀ ਨਾ ਹੋਇਆ ਤਾਂ? ਇਹ ਨਹੀਂ ਵੀ ਸਰੀਰ ਨੂੰ ਜਮਾਂ ਹੀ ਕੱਟਿਆ, ਪਰ ਸਰੀਰ ਸਰੀਰ ਦੀ ਥਾਂ ਹੈ, ਗੁਰੂ ਗ੍ਰੰਥ ਸਾਹਿਬ ਆਪਣੀ ਥਾਂ ਹੈ। ਦੋਨਾਂ ਦਾ ਜੋੜ ਹੈ, ਦੋਨੋਂ ਇੱਕ ਦੂਜੇ ਦੇ ਪੂਰਕ ਹੈ। ਜਿਵੇਂ ਸਰੀਰ ਤੇ ਆਤਮਾ, ਆਤਮਾ ਨੂੰ ਟਿਕਣ ਵਾਸਤੇ ਸਰੀਰ ਚਾਹੀਦਾ ਹੈ,
ਪਰ ਸਰੀਰ ਦੇ ਜਿਉਂਦਾ ਰਹਿਣ ਵਾਸਤੇ ਆਤਮਾ ਜ਼ਰੂਰੀ ਹੈ। ਜੇ ਆਤਮਾ ਨਿਕਲ ਗਈ ਪਿੱਛੇ ਸਰੀਰ ਕੀ ਹੈ? ਕੁਝ ਵੀ ਨਹੀਂ। ਤਾਂ ਗੁਰੂ ਸਾਹਿਬ ਨੇ ਉੱਥੇ ਇੱਕ ਨੁਕਤਾ ਦਿੱਤਾ ਸੀਗਾ ਵੀ ਅਸੀਂ ਸ਼ਖਸੀਅਤ ਪ੍ਰਸਤ ਨਹੀਂ ਬਣਨਾ, ਅਸੀਂ ਸ਼ਬਦ ਪ੍ਰਸਤ ਬਣਨਾ ਹੈ। ਬਾਣੀ ਦੀ ਪ੍ਰਸਤੀ ਚਾਹੀਦੀ ਹੈ ਸਾਡੇ ਅੰਦਰ। ਚਮਕੌਰ ਸਾਹਿਬ ਦੀ ਜਦੋਂ ਗੜੀ ਛੱਡੀ ਹੈ ਉਦੋਂ ਵੀ ਗੁਰੂ ਸਾਹਿਬ ਨੇ ਪੰਜਾਂ ਦਾ ਹੁਕਮ ਹੀ ਮੰਨਿਆ ਸੀ ਨਾ। ਉਹਨੇ ਕਿਹਾ ਸੀ ਪਾਤਸ਼ਾਹ ਤੁਸੀਂ ਜਾਓ ਇੱਥੋਂ, ਤੁਹਾਡਾ ਜਿਉਂਦਾ ਰਹਿਣਾ ਬਹੁਤ ਜ਼ਰੂਰੀ ਹੈ। ਸਾਡੇ ਤੋਂ ਕੁਛ ਨਹੀਂ ਹੋਣਾ ਜੇ ਤੁਸੀਂ ਨਾ ਰਹੇ, ਪਰ ਜੇ ਤੁਸੀਂ ਅਗਰ ਰਹੇ, ਸਲਾਮਤ ਰਹੇ, ਤੇ ਸਾਡੇ ਵਰਗੇ ਲੱਖਾਂ ਪੈਦਾ ਕਰ ਸਕਦੇ ਹੋ। ਅਸੀਂ ਲੱਖਾਂ ਇਕੱਠੇ ਹੋ ਕੇ ਤੁਹਾਡੇ ਵਰਗਾ ਇੱਕ ਨਹੀਂ ਬਣਾ ਸਕਦੇ। ਇਸ ਕਰਕੇ ਤੁਹਾਡਾ ਇੱਥੋਂ ਸਹੀ ਸਲਾਮਤ ਜਾਣਾ ਬੜਾ ਜ਼ਰੂਰੀ ਹੈ। ਉਦੋਂ ਵੀ ਪੰਜਾਂ ਦੇ ਸਾਹਮਣੇ ਸੀਸ ਝੁਕਾਇਆ ਸੀ। ਪਰ ਉਹ ਪੰਜ ਕਿਹੜੇ ਸੀ? ਪੰਜ ਪਿਆਰੇ ਸੀ ਸੀਸ ਦੇਣ ਵਾਲੇ। ਉਹ ਕੋਈ ਸਰਕਾਰੀ ਬੰਦੇ ਨਹੀਂ ਸੀ ਵੀ ਚੋਲੇ ਪਵਾ ਕੇ ਤੇ ਹੁਕਮਨਾਮਾ ਜਾਰੀ ਕਰਵਾ ਦਿਆ, ਇਸ ਤਰ੍ਹਾਂ ਨਹੀਂ ਸੀ। ਸੀਸ ਦੇਣ ਵਾਲੇ ਪੰਜ ਪਿਆਰੇ ਸੀ। ਕਲਗੀ ਦੇ ਕੇ ਜਾਣੀ ਭਾਈ ਸੰਗਤ ਸਿੰਘ ਜੀ ਨੂੰ ਇਸ ਗੱਲ ਦਾ ਹੀ ਨਿਸ਼ਾਨੀ ਸੀ, ਇਸ ਗੱਲ ਦਾ ਹੀ ਇਸ਼ਾਰਾ ਸੀ ਵੀ ਹੁਣ ਸਾਰਾ ਕੁਝ ਪਾਤਸ਼ਾਹ ਦੇ ਤਾ। ਪਾਤਸ਼ਾਹ ਨੇ ਜ਼ਿੰਮੇਵਾਰੀ ਦੇ ਤੀ ਸਾਰੀ। ਜਦੋਂ ਦਾਦੂ ਦੀ ਕਬਰ ਤੇ ਗੁਰੂ ਸਾਹਿਬ ਤੀਰ ਦੇ ਨਾਲ ਨਮਸਕਾਰ ਕਰਦੇ ਹੈ ਤੇ ਅੱਗੋਂ ਸਿੱਖ ਅਗਲੇ ਪਾਸੇ ਹੋ ਗਏ। ਪਾਤਸ਼ਾਹ ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਕਹਿੰਦੇ ਹੋ ਕਿ ਸਿੱਖ ਉਹ ਹੈ ਜਿਹੜਾ ਮੜੀਆਂ ਮਸਾਣੀਆਂ ਨੂੰ ਨਹੀਂ ਮੰਨਦਾ, ਮੱਥੇ ਨਹੀਂ ਟੇਕਦਾ। ਆ ਦਾਦੂ ਫਕੀਰ ਦੀ ਕਬਰ ਹੈ, ਤੁਸੀਂ ਤੀਰ ਨਾਲ ਨਮਸਕਾਰ ਕਿਉਂ ਕੀਤੀ? ਗੁਰੂ ਸਾਹਿਬ ਹੱਸ ਪਏ, ਖੁਸ਼ ਹੋਏ। ਸਿੱਖਾਂ ਨੂੰ ਸੀਨੇ ਨਾਲ ਲਾਉਂਦੇ, ਗਲ ਨਾਲ ਲਾਉਂਦੇ। ਸਿੰਘ ਕਹਿਣ ਲੱਗੇ ਪਾਤਸ਼ਾਹ ਗੱਲ ਹੱਸਣ ਵਾਲੀ ਨਹੀਂ ਹੈ, ਸਾਨੂੰ ਜਵਾਬ ਚਾਹੀਦਾ ਹੈ। ਤੁਸੀਂ ਕਹਿੰਦੇ ਹੋ ਮੜੀਆਂ ਮਸਾਣੀਆਂ ਨੂੰ ਮੱਥਾ ਨਹੀਂ ਟੇਕਣਾ, ਤੁਸੀਂ ਆਪ ਟੇਕਤਾ। ਇਹਦਾ ਮਤਲਬ ਤੁਹਾਡੀ ਆਪਣੀ ਗੱਲ ਤੁਹਾਡੇ ਆਪਣੇ ਨਾਲ ਮੇਲ ਕਿਉਂ ਨਹੀਂ ਖਾ ਰਹੀ? ਇਹਦਾ ਮਤਲਬ ਤੁਸੀਂ ਗਲਤ ਕਹਿੰਦੇ ਹੋ। ਗੁਰੂ ਸਾਹਿਬ ਕਹਿੰਦਾ ਨਹੀਂ, ਗੱਲ ਕੁਝ ਹੋਰ ਹੈ। ਗੱਲ ਇਹ ਹੈ ਕਿ ਕਦੇ ਕਦੇ ਦੇਖਣਾ ਚਾਹੀਦਾ ਹੈ ਆਪਣੇ ਵਿਦਿਆਰਥੀਆਂ ਨੂੰ, ਆਪਣੇ ਚੇਲਿਆਂ ਨੂੰ, ਆਪਣੇ ਸਿੱਖਾਂ ਨੂੰ ਕਦੇ ਕਦੇ ਚੁੰਡੀ ਵੱਢ ਕੇ ਦੇਖਣੀ ਚਾਹੀਦੀ ਹੈ ਵੀ ਕਿਤੇ ਸੁੱਤੇ ਤਾਂ ਨਹੀਂ ਪਏ। ਕਦੇ ਕਦੇ ਖੁੰਡਾ ਖੜਕਾ ਕੇ ਦੇਖ ਲੈਣਾ ਚਾਹੀਦਾ ਵੀ ਕਿਤੇ ਸੁੱਤਾ ਤਾਂ ਨਹੀਂ ਪਏ। ਕਿਤੇ ਕਿਤੇ ਖੰਗੂਰਾ ਮਾਰ ਲੈਣਾ ਚਾਹੀਦਾ ਵੀ ਕਿਤੇ ਸੁੱਤੇ ਤਾਂ ਨਹੀਂ ਪਏ। ਬਸ ਮੈਂ ਥੋੜ੍ਹਾ ਜਿਹਾ ਖੜਕਾ ਦੜਕਾ ਹੀ ਕਰਕੇ ਦੇਖਿਆ, ਤੁਹਾਡੀ ਜਿਹੜੀ ਸੁਰਤ ਹੈ ਉਹਨੂੰ ਥੋੜ੍ਹਾ ਜਿਹਾ ਖੜਕਾ ਕੇ ਦੇਖਿਆ ਦਰਵਾਜ਼ੇ ਨੂੰ ਵੀ ਤੁਸੀਂ ਕਿਤੇ ਸੁੱਤੇ ਤਾਂ ਨਹੀਂ ਪਏ। ਪਰ ਮੈਨੂੰ ਅਜਮਾਨ ਹੈ, ਮੈਨੂੰ ਭਰੋਸਾ ਹੈ ਤੁਸੀਂ ਸੁੱਤੇ ਨਹੀਂ, ਤੁਸੀਂ ਜਾਗਦੇ ਹੋ। ਮੈਂ ਦੇਖਣਾ ਇਹ ਚਾਹੁੰਦਾ ਸੀ ਕਿ ਇਹ ਸਿੱਖੀ ਸਿਧਾਂਤਾਂ 'ਤੇ ਪਹਿਰਾ ਦੇ ਰਹੇ ਨੇ ਕਿ ਨਹੀਂ। ਇਹ ਮੇਰੀ ਇਸ ਘਟਨਾ ਨੂੰ ਦੇਖ ਕੇ ਸਵਾਲ ਕਰਨਗੇ ਕਿ ਨਹੀਂ। ਮੈਂ ਤੁਹਾਡਾ ਰਾਹ ਖੋਲ੍ਹਿਆ ਵੀ ਕੱਲ੍ਹ ਨੂੰ ਅਗਰ ਕੋਈ ਗਲਤ ਕੰਮ ਕਿਤੇ ਹੁੰਦਾ ਹੈ ਤੇ ਸਿੱਖ ਸਵਾਲ ਕਰੇ, ਉਹਦੇ ਅੰਦਰ ਸਵਾਲ ਪੈਦਾ ਹੋਵੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਤੇ ਆਹ ਲਿਖਿਆ ਹੈ, ਪਰ ਫਲਾਣੀ ਥਾਂ ਤੇ ਆਹ ਕੁਝ ਹੋ ਰਿਹਾ। ਸਿੱਖ ਦੇ ਅੰਦਰ ਸਵਾਲ ਪੈਦਾ ਹੋਣਾ ਚਾਹੀਦਾ ਵੀ ਇਹ ਕਿਉਂ ਹੋ ਰਿਹਾ। ਤੁਸੀਂ ਚੁੱਪ ਨਹੀਂ ਰਹੇ ਵੀ ਗੁਰੂ ਜੀ ਨੇ ਕੀਤਾ ਤੇ ਇਸ ਕਰਕੇ ਚੁੱਪ ਰਹੋ, ਗੁਰੂ ਜੀ ਕਿਤੇ ਨਾਰਾਜ਼ ਨਾ ਹੋ ਜਾਣ। ਤੁਸੀਂ ਗੁਰੂ ਨੂੰ ਵੀ ਸਵਾਲ ਕਰਨ ਦੀ ਹਿੰਮਤ ਕੀਤੀ ਹੈ। ਇਸ ਕਰਕੇ ਅੱਜ ਤੋਂ ਬਾਅਦ ਮੈਂ ਬੇਫਿਕਰ ਹੋ ਗਿਆ। ਮੈਨੂੰ ਅੱਜ ਤੋਂ ਬਾਅਦ ਕੋਈ ਚਿੰਤਾ ਨਹੀਂ। ਅੱਜ ਮੈਨੂੰ ਕੋਈ ਇਸ ਗੱਲ ਦੀ ਚਿੰਤਾ ਨਹੀਂ ਵੀ ਮੈਂ ਇਹਨਾਂ ਸਿੱਖਾਂ ਵਾਸਤੇ ਆਪਣੇ 4 ਪੁੱਤਰ ਕੁਰਬਾਨ ਕੀਤੇ ਸੀ, ਬਲਕਿ ਮੈਨੂੰ ਮਾਣ ਹੈ। ਇਨ ਪੁੱਤਰਨ ਕੇ ਸੀਸ ਪਰਿਵਾਰ ਦੀਏ ਸੁਤ 4। ਪਾਤਸ਼ਾਹ ਕਹਿੰਦੇ ਤੁਸੀਂ ਜਾਗਦੇ ਹੋ, ਤੁਸੀਂ ਅਲਰਟ ਹੋ। ਮੈਨੂੰ ਪਤਾ ਤੁਸੀਂ ਹੁਣ ਸਿੱਖੀ ਦੀ ਪਿੱਠ ਨਹੀਂ ਲੱਗਣ ਦਿਓਗੇ। ਹੁਣ ਮੈਂ ਰਹਾਂ ਚਾਹੇ ਨਾ ਰਹਾਂ, ਪਰ ਜਦੋਂ ਤੱਕ ਤੁਹਾਡੇ ਵਰਗੇ ਸਿੱਖ ਜਾਗਦੇ ਹੋਣਗੇ ਸਿਧਾਂਤਾਂ ਵਾਲੇ, ਤੇ ਸਿੱਖੀ ਚੜ੍ਹਦੀ ਕਲਾ 'ਚ ਜਾਏਗੀ। ਮੈਨੂੰ ਤੁਹਾਡੇ ਤੇ ਮਾਣ ਹੈ। ਗੁਰੂ ਸਾਹਿਬ ਨੇ ਕਿਹਾ ਸੀ
ਤਾਂ ਉਹਦੇ ਵਿੱਚ ਵੀ ਨੁਕਤਾ ਇਹੀ ਸੀ ਕਿ ਸ਼ਖਸੀਅਤ ਹਮੇਸ਼ਾ ਥੱਲੇ ਹੁੰਦੀ ਹੈ, ਗੁਰਬਾਣੀ ਦਾ ਸਿਧਾਂਤ ਹਮੇਸ਼ਾ ਉੱਪਰ ਹੁੰਦਾ ਹੈ, ਸ਼ਬਦ ਹਮੇਸ਼ਾ ਉੱਪਰ ਹੈ। ਇਸ ਕਰਕੇ ਸੇਧ ਸ਼ਬਦ ਤੋਂ ਲੈਣੀ ਹੈ ਹਮੇਸ਼ਾ। ਤਾਂ ਗੁਰੂ ਸਾਹਿਬ ਨੇ ਫਿਰ ਵਿਸਾਖੀ ਵਾਲੇ ਦਿਨ ਉਹਨਾਂ ਪੰਜਾਂ ਪਿਆਰਿਆਂ ਦਾ ਮੁੱਲ ਪਾਇਆ ਸੀ, ਕੀਮਤ ਪਾਈ ਸੀ। ਕੀ ਕਹਿ ਕੇ? ਖਾਲਸਾ ਮੇਰੋ ਰੂਪ ਹੈ ਖਾਸ। ਗੁਰੂ ਦਾ ਰੂਪ ਹੈ ਖਾਲਸਾ। ਇਸ ਕਰਕੇ ਜਿਹਨੇ ਗੁਰੂ ਨੂੰ ਛਕਾਉਣਾ, ਪੰਜ ਪਿਆਰਿਆਂ ਨੂੰ ਛਕਾਉਂਦਾ ਭੋਜਨ। ਖਾਲਸੇ ਮੇਹੋਂ ਕਰੋ ਨਿਵਾਸ। ਜਿਵੇਂ ਹਰੇਕ ਬੰਦਾ ਨਿਵਾਸੀ ਹੈ, ਕਿਸੇ ਨਾ ਕਿਸੇ ਥਾਂ ਦਾ ਨਿਵਾਸੀ ਹੈ। ਜਿੱਥੇ ਸਾਡਾ ਘਰ ਹੁੰਦਾ ਉਹ ਸਾਡਾ ਨਿਵਾਸ ਹੈ, ਅਸੀਂ ਉੱਥੋਂ ਦੇ ਨਿਵਾਸੀ ਹਾਂ। ਪਾਤਸ਼ਾਹ ਤੁਸੀਂ ਕਿੱਥੋਂ ਦੇ ਨਿਵਾਸੀ ਹੋ? ਤੁਹਾਡਾ ਐਡਰੈਸ ਕਿਹੜਾ ਹੈ? ਤੁਹਾਡਾ ਨਾਮ ਪਤਾ ਕਿਹੜਾ ਹੈ? ਸੱਚੇ ਪਾਤਸ਼ਾਹ ਤੁਹਾਡਾ ਘਰ ਕਿੱਥੇ ਹੈ? ਜੇ ਤੁਹਾਨੂੰ ਲੱਭਣਾ ਹੋਵੇ ਤਾਂ ਕਿੱਥੋਂ ਲੱਭੀਏ? ਤੁਹਾਡਾ ਘਰ ਕਿੱਥੇ ਹੈ? ਪਾਤਸ਼ਾਹ ਕਹਿੰਦੇ ਖਾਲਸੇ ਮੇਹੋਂ ਕਰੋ ਨਿਵਾਸ। ਲੱਭਣਾ ਕਿੱਥੇ ਹੈ? ਖਾਲਸੇ ਦਾ ਕੁੰਡਾ ਖੜਕਾ ਕੇ ਦੇਖ ਲਿਓ, ਅੰਦਰੋਂ ਮੈਂ ਲੱਭੂੰਗਾ। ਔਰ ਐਡਰੈਸ ਵੀ ਦੋ ਹੁੰਦੇ ਆ, ਇੱਕ ਪਰਮਾਨੈਂਟ ਐਡਰੈਸ ਹੁੰਦਾ, ਇੱਕ ਚਿੱਠੀ ਪੱਤਰ ਵਾਲਾ, ਬੰਦਾ ਕਿਤੇ ਨੌਕਰੀ ਕਰਦਾ ਹੁੰਦਾ, ਇੱਕ ਉਹ ਐਡਰੈਸ। ਉਹ ਪਾਤਸ਼ਾਹ ਕਹਿੰਦੇ ਮੇਰਾ ਐਡਰੈਸ ਵੀ ਪਰਮਾਨੈਂਟ ਹੈ, ਖਾਲਸੇ ਵਾਲਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਹੋਂ ਕਰੋ ਨਿਵਾਸ। ਖਾਸ ਰੂਪ ਵੀ ਹੈ ਤੇ ਖਾਸ ਨਿਵਾਸ ਵੀ ਹੈ, ਪਰਮਾਨੈਂਟ ਐਡਰੈਸ ਹੈ। ਤਾਂ ਖਾਲਸੇ ਦਾ ਜਦੋਂ ਕੁੰਡਾ ਖੜਕਾ ਕੇ ਦੇਖਣਾ ਹੈ, ਅੰਦਰੋਂ ਗੁਰੂ ਨਿਕਲਣਾ ਚਾਹੀਦਾ। ਕੋਈ ਸ਼ਰਾਬੀ ਨਹੀਂ ਨਿਕਲਣਾ ਚਾਹੀਦਾ, ਕੋਈ ਵਹਿਮੀ ਭਰਮੀ ਨਹੀਂ ਨਿਕਲਣਾ ਚਾਹੀਦਾ, ਕੋਈ ਹੰਕਾਰੀ ਨਹੀਂ ਅੰਦਰੋਂ ਬੋਲਣਾ ਚਾਹੀਦਾ, ਅੰਦਰੋਂ ਗੁਰੂ ਬੋਲਣਾ ਚਾਹੀਦਾ ਹੈ। ਕਿਉਂਕਿ ਸਿੱਖ ਦਾ ਦਿਲ ਗੁਰੂ ਦਾ ਘਰ ਹੈ। ਖਾਲਸੇ ਮੇਹੋਂ ਕਰੋ ਨਿਵਾਸ। ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰਾ ਜਾਨ ਕੀ ਜਾਨ। ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰਾ ਸੱਜਣ ਸੂਰਾ। ਇੰਨਾ ਮਾਣ ਪਾਤਸ਼ਾਹ ਜੀ ਨੇ ਦਿੱਤਾ ਸੀ। ਤੇ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਰੱਬ ਦੀ ਮੌਜ ਚੋਂ ਪ੍ਰਗਟ ਹੋਇਆ ਖਾਲਸਾ। ਕਿਉਂਕਿ ਕਿਸੇ ਵੀ ਚੀਜ਼ ਨੂੰ ਬਣਾਉਣ ਦੇ ਦੋ ਤਰੀਕੇ ਹੁੰਦੇ। ਕਿਸੇ ਕੋਲੋਂ ਡਰਾ ਕੇ ਕੋਈ ਚੀਜ਼ ਬਣਵਾਈ ਦੀ ਹੈ, ਬੰਦਾ ਡਰ ਕੇ ਬਣਾ ਦਿੰਦਾ, ਜਾਂ ਮਜਬੂਰੀ 'ਚ ਬਣਾਉਂਦਾ ਬੰਦਾ। ਦੋ ਹੀ ਤਰੀਕੇ ਹੁੰਦੇ ਕਿਸੇ ਚੀਜ਼ ਨੂੰ ਘੜਨ ਦੇ, ਬਣਾਉਣ ਦੇ। ਪਹਿਲਾ ਹੈ ਡਰ ਕਰਕੇ, ਦੂਜਾ ਹੈ ਮਜਬੂਰੀ ਕਰਕੇ। ਜਿਹੜਾ ਡਰ ਕਰਕੇ ਹੈ ਤੇ ਮਜਬੂਰੀ ਕਰਕੇ ਹੈ, ਇਹ ਬੇਸਵਾਦਾ ਹੁੰਦਾ, ਇਹਦੇ 'ਚ ਬੰਦੇ ਦੀ ਰੂਹ ਕੰਮ ਨਹੀਂ ਕਰਦੇ ਹੁੰਦੇ। ਇੱਕ ਤੀਜਾ ਤਰੀਕਾ ਹੈ ਕਿਸੇ ਚੀਜ਼ ਨੂੰ ਬਣਾਉਣ ਦਾ, ਉਹ ਹੈ ਮੌਜ ਕਰਕੇ, ਰੂਹ ਕਰਕੇ, ਮੌਜ ਕਰਕੇ, ਖੁਸ਼ੀ ਕਰਕੇ। ਤੇ ਅਕਾਲ ਪੁਰਖ ਨੇ ਜਿਹੜੀ ਆ ਫੌਜ ਬਣਾਈ ਹੈ ਨਾ, ਅਕਾਲ ਪੁਰਖ ਕੀ ਫੌਜ, ਇਹ ਰੱਬ ਨੇ ਨਾ ਕਿਸੇ ਮਜਬੂਰੀ 'ਚ ਬਣਾਈ ਹੈ, ਨਾ ਕਿਸੇ ਡਰ 'ਚ ਬਣਾਈ ਹੈ। ਇਹ ਰੱਬ ਨੇ ਕਾਹਦੇ 'ਚ ਬਣਾਈ ਹੈ? ਆਪਣੀ ਮੌਜ 'ਚ, ਆਪਣੀ ਰਜ਼ਾ 'ਚ। ਮੌਜ ਕੀ ਹੁੰਦਾ? ਪਰ ਰੱਬ ਦਾ ਜੀਅ ਕਰਦਾ ਸੀ, ਰੱਬ ਦੀ ਇੱਛਾ ਸੀ। ਤਾਂ ਖਾਲਸਾ ਹੈ ਨਾ ਜਿਹੜਾ, ਉਹ ਰੱਬ ਦੀ ਇੱਛਾ ਦੇ ਵਿੱਚੋਂ ਪੈਦਾ ਹੋਇਆ, ਉਹਦੀ ਮੌਜ ਵਿੱਚੋਂ ਪੈਦਾ ਹੋਇਆ। ਇਹ ਫੌਜ ਹੈ। ਤੇ ਅੱਗੋਂ ਜਿਹੜੀ ਫੌਜ ਹੁੰਦੀ ਹੈ, ਫੌਜ ਦੇ ਵੀ ਪ੍ਰਗਟ ਹੋਣ ਦੇ ਕਈ ਕਾਰਨ ਹੁੰਦੇ ਨੇ। ਫੌਜ ਦੀ ਲੋੜ ਕਿਉਂ ਪਈ ਰੱਬ ਨੂੰ? ਹਰੇਕ ਮੁਲਕ ਕੋਲੇ ਆਪਣੀ ਫੌਜ ਹੈ, ਛੋਟਾ ਹੋਵੇ ਭਾਵੇਂ ਵੱਡਾ ਹੋਵੇ। ਕਿਸੇ ਵੀ ਦੇਸ਼ ਨੂੰ ਖਾਣ ਨੂੰ ਰੋਟੀ ਮਿਲੇ ਚਾਹੇ ਨਾ ਮਿਲੇ, ਉਹ ਕਹਿੰਦਾ ਬੰਬ ਜ਼ਰੂਰ ਹੋਣੇ ਚਾਹੀਦੇ।
ਤੋਪਾਂ ਜ਼ਰੂਰ ਹੋਣੀਆਂ ਚਾਹੀਦੀਆਂ, ਜਹਾਜ਼ ਜ਼ਰੂਰ ਹੋਣੇ ਚਾਹੀਦੇ ਆਪਦੇ, ਆਰਮੀ ਮਜ਼ਬੂਤ ਹੋਣੀ ਚਾਹੀਦੀ ਹੈ। ਰੋਟੀ ਭਾਵੇਂ ਮਿਲੇ ਭਾਵੇਂ ਨਾ ਮਿਲੇ, ਲੱਖਾਂ ਕਰੋੜਾਂ ਰੁਪਈਏ ਬੰਦੇ ਖਰਚ ਕਰਦੇ ਆ। ਅਕਾਲ ਪੁਰਖ ਵਾਹਿਗੁਰੂ ਤੈਨੂੰ ਫੌਜ ਦੀ ਕਾਹਦੀ ਲੋੜ ਪੈ ਗਈ, ਕਾਹਦੇ ਵਾਸਤੇ? ਤਾਂ ਜਿਹੜਾ ਫੌਜ ਦਾ ਖਿਆਲ ਹੈ ਨਾ, ਉਹ 2-3 ਕਾਰਨਾਂ ਦੇ ਵਿੱਚੋਂ ਪੈਦਾ ਹੁੰਦਾ ਹੈ। ਸਭ ਤੋਂ ਪਹਿਲਾਂ, ਜਦੋਂ ਇੱਕ ਬਾਦਸ਼ਾਹ ਦੇ ਬਰਾਬਰ ਤੇ ਕੋਈ ਦੂਜਾ ਬਾਦਸ਼ਾਹ ਹੋਵੇ, ਉਹਨੂੰ ਖਤਰਾ ਹੁੰਦਾ ਹੈ ਉਹਦੇ ਤੋਂ। ਉਹ ਕਹਿੰਦਾ ਫਲਾਣੇ ਬਾਦਸ਼ਾਹ ਕੋਲੇ ਇੰਨੇ ਘੋੜੇ ਹੈ, ਇੰਨੇ ਹਾਥੀ ਹੈ, ਇੰਨੇ ਟੈਂਕ ਹੈ, ਇੰਨੀਆਂ ਤੋਪਾਂ ਨੇ, ਫਿਰ ਮੇਰੇ ਕੋਲ ਵੀ ਹੋਣੇ ਚਾਹੀਦੇ ਹੈ। ਇੱਕ ਦੇ ਬਰਾਬਰ ਤੇ ਦੂਜਾ ਸ਼ਰੀਕ ਖੜਿਆ, ਉਹਦੇ ਬਰਾਬਰ ਦਾ ਦੁਸ਼ਮਣ ਖੜਿਆ। ਉਹ ਕਹਿੰਦਾ ਤਾਂ ਮੈਨੂੰ ਫੌਜ ਬਣਾਉਣੀ ਪਈ ਹੈ ਆਪਣੀ ਰਾਖੀ ਵਾਸਤੇ। ਹੁਣ ਰੱਬ ਨੂੰ ਪੁੱਛੀਏ, ਰੱਬਾ ਤੇਰੇ ਬਰਾਬਰ ਤੇ ਕਿਹੜਾ ਬਾਦਸ਼ਾਹ ਖੜੇ ਹੈ ਜਿਹਦੇ ਕੋਲੇ ਤੇਰੇ ਤੋਂ ਵੱਧ ਹਾਥੀ ਘੋੜੇ ਹੋਣ, ਜ਼ਿਆਦਾ ਤੋਪਾਂ ਹੋਣ, ਟੈਂਕ ਹੋਣ? ਰੱਬਾ ਤੈਨੂੰ ਰਾਖੀ ਦੀ ਲੋੜ ਹੈ, ਤੂੰ ਤਾਂ ਫੌਜ ਬਣਾਈ ਹੈ ਵੀ ਮੈਂ ਆਪਣੀ ਰੱਖਿਆ ਕਰਨੀ? ਨਾ, ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਬਰਾਬਰ ਤੇ ਕੋਈ ਬਾਦਸ਼ਾਹ ਵੀ ਹੈ ਨਹੀਂ, ਨਾ ਤੈਨੂੰ ਰਾਖੀ ਦੀ ਲੋੜ ਹੈ, ਫਿਰ ਵੀ ਖਾਲਸਾ ਅਕਾਲ ਪੁਰਖ ਕੀ ਫੌਜ ਫਿਰ ਵੀ ਤੈਂ ਬਣਾਈ ਹੈ। ਤੋਂ ਪਹਿਲਾ ਕਾਰਨ ਵੀ ਹੈ ਨਹੀਂ। ਦੂਜਾ ਕਾਰਨ ਹੁੰਦਾ ਡਰ ਕਰਕੇ। ਗਵਾਂਢੀ ਮੁਲਕ ਤਾਕਤਵਰ ਹੋਵੇ, ਬੰਦਾ ਕਹਿੰਦਾ ਮੈਂ ਕਮਜ਼ੋਰ ਹਾਂ, ਮੈਨੂੰ ਡਰ ਲੱਗਦਾ, ਇਸ ਕਰਕੇ ਮੈਂ ਵੀ ਆਪਣਾ ਪ੍ਰਬੰਧ ਕਰਾਂ। ਰੱਬਾ ਤੈਨੂੰ ਡਰ ਲੱਗਦਾ, ਤੇਰੇ ਤੋਂ ਕੋਈ ਵੱਡਾ ਹੈਗਾ ਜਿਹਦੇ ਤੇ ਤੂੰ ਡਰਦਾ, ਤਾਂ ਕਰਕੇ ਤੈਨੂੰ ਫੌਜ ਦੀ ਲੋੜ ਪਈ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ ਜੀ, ਰੱਬ ਕਿਉਂ ਡਰੇ? ਰੱਬ ਕੀ ਹੈ? ਨਿਰਭਉ। ਉਹਨੂੰ ਤਾਂ ਭਾਉ ਹੈ ਹੀ ਨਹੀਂ ਕਿਸੇ ਦਾ, ਉਹ ਸਾਰਿਆਂ ਤੋਂ ਵੱਡਾ। ਜਦੋਂ ਅਕਾਲ ਪੁਰਖ ਹੈ ਹੀ ਨਿਰਭਉ, ਡਰ ਉਹਨੂੰ ਕੋਈ ਹੈ ਨਹੀਂ, ਫੌਜ ਫੇਰ ਵੀ ਤੈਂ ਬਣਾ ਲਈ। ਦੂਜਾ ਕਾਰਨ ਵੀ ਲਾਗੂ ਨਹੀਂ ਹੁੰਦਾ। ਇੱਕ ਤੀਜਾ ਕਾਰਨ ਹੋਰ ਹੈ। ਜਦੋਂ ਕੋਈ ਬੰਦਾ ਕਬਜ਼ੇ ਕਰਨਾ ਚਾਹੁੰਦਾ ਦੁਨੀਆ ਦੇ ਅੰਦਰ, ਜਿਵੇਂ ਸਿਕੰਦਰ ਕਹਿੰਦਾ ਸੀ ਮੈਂ ਦੁਨੀਆ ਨੂੰ ਜਿੱਤੂੰਗਾ, ਫੌਜ ਇਕੱਠੀ ਕਰ ਲਈ ਉਹਨੇ, ਦੁਨੀਆ ਜਿੱਤੀ ਉਹਨੇ। ਨਾਦਰ ਸ਼ਾਹ ਫੌਜ ਇਕੱਠੀ ਕਰਕੇ ਆਇਆ ਸੀ ਨਾ ਅਫਗਾਨਿਸਤਾਨ ਤੋਂ, ਤੇ ਦਿੱਲੀ ਤੱਕ ਆ ਕੇ ਉਹਨੇ ਕਤਲ ਕੀਤੇ। ਤੋ ਜਦੋਂ ਵੀ ਅਸੀਂ ਕਿਸੇ ਨਾਲ ਵੈਰ ਪਗਾਉਣਾ ਹੈ, ਦੁਸ਼ਮਣੀ ਪਗਾਉਣੀ ਹੈ, ਕਬਜ਼ੇ ਕਰਨੇ ਹੈ, ਜ਼ਮੀਨਾਂ ਦੱਬਣੀਆਂ, ਆਪਣੇ ਰਾਜ ਭਾਗ ਨੂੰ ਵਧਾਉਣਾ ਹੈ, ਉਹਦੇ ਵਾਸਤੇ ਫੌਜ ਚਾਹੀਦੀ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਕਿਤੇ ਕਬਜ਼ੇ ਨਹੀਂ ਕਰਨੇ, ਨਾ ਤੂੰ ਜ਼ਮੀਨਾਂ ਦੱਬਣੀਆਂ, ਨਾ ਤੂੰ ਕਿਸੇ ਦਾ ਕਤਲ ਕਰਨਾ, ਕਿਉਂਕਿ ਸਾਰੇ ਬ੍ਰਹਮੰਡ ਹੀ ਤੇਰੇ ਨੇ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਨੇ। ਫਿਰ ਤੈਨੂੰ ਫੌਜ ਦੀ ਕਿਉਂ ਲੋੜ ਪਈ? ਤੈਂ ਕਿਹੜਾ ਫੌਜਾਂ ਇਕੱਠੀਆਂ ਕਰਕੇ ਦੁਨੀਆ ਜਿੱਤਣੀ ਹੈ? ਤੇਰੀ ਤਾਂ ਪਹਿਲਾਂ ਹੀ ਜਿੱਤੀ ਹੋਈ ਹੈ ਦੁਨੀਆ, ਫੌਜ ਤੂੰ ਤਾਂ ਵੀ ਬਣਾ ਲਈ। ਇਹ ਕਾਰਨ ਵੀ ਨਹੀਂ ਹੈ। ਇੱਕ ਚੌਥਾ ਕਾਰਨ ਹੋਰ ਹੈ। ਕਈ ਵਾਰੀ ਬਾਹਰੋਂ ਖਤਰਾ ਨਹੀਂ ਹੁੰਦਾ, ਅੰਦਰੋਂ ਜਦੋਂ ਆਕੀ ਹੋ ਜਾਂਦੇ ਆ, ਬਾਗੀ ਹੋ ਜਾਂਦੇ ਆ, ਰਾਜਾ ਫੌਜ ਰੱਖਦਾ ਤਾਂ ਕਿ ਜਿਹੜੇ ਲੋਕ ਬਾਗੀ ਹੋਏ ਹੁੰਦੇ ਆ ਉਹਨਾਂ ਨੂੰ ਕਾਬੂ ਕਰਨ ਵਾਸਤੇ ਉਹ ਕਹਿੰਦਾ ਮੈਨੂੰ ਫੌਜ ਦੀ ਲੋੜ ਹੈ। ਬਗਾਵਤਾਂ ਹੁੰਦੀਆਂ, ਕ੍ਰਾਂਤੀਆਂ ਹੁੰਦੀਆਂ, ਉਹ ਫੌਜ ਤੋਂ ਬਿਨਾਂ ਉਹਨਾਂ ਨੂੰ ਦਬਾਇਆ ਨਹੀਂ ਜਾ ਸਕਦਾ। ਆਰਮੀ ਦੀ ਤਾਕਤ ਹੁੰਦੀ ਹੈ। ਹੁਣ ਅਕਾਲ ਪੁਰਖ ਨੂੰ ਪੁੱਛੀਏ, ਪਾਤਸ਼ਾਹ ਤੇਰੇ ਤੋਂ ਤਾਂ ਕੋਈ ਬਾਗੀ ਵੀ ਨਹੀਂ ਹੋ ਸਕਦਾ। ਐਸਾ ਕਿਹੜਾ ਬੰਦਾ ਜਿਹੜਾ ਰੱਬ ਨੂੰ ਅੱਖਾਂ ਦਿਖਾ ਸਕੇ, ਉਹਨੂੰ ਚੈਲੰਜ ਕਰ ਸਕੇ? ਉਹ ਵੀ ਨਹੀਂ ਹੋ ਸਕਦਾ, ਕਿਉਂਕਿ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਹਰ ਬੰਦਾ ਉਹਨੇ ਨੱਥ ਮਾਰੀ ਹੋਈ ਹੈ ਅਕਾਲ ਪੁਰਖ ਨੇ, ਹੁਕਮ ਦੇ ਵਿੱਚ ਹੈ ਉਹਦੇ।
ਤੇ ਰੱਬਾ ਤੇਰੇ ਤੋਂ ਕੋਈ ਆਕੀ ਵੀ ਨਹੀਂ ਹੋ ਸਕਦਾ, ਤੇਰੇ ਹੁਕਮ ਤੋਂ ਬਾਹਰ ਵੀ ਨਹੀਂ ਹੋ ਸਕਦਾ, ਆ ਚੌਥਾ ਕਾਰਨ ਵੀ ਨਹੀਂ ਹੈਗਾ, ਫਿਰ ਤੂੰ ਫੌਜ ਬਣਾਈ ਕਿਉਂ? ਕਹਿੰਦੇ ਮੈਂ ਆਪਣੀ ਮੌਜ 'ਚ ਬਣਾਈ ਹੈ। ਕਹਿੰਦੇ ਮੌਜ ਕਾਹਦੀ? ਕਹਿੰਦੇ ਨੇ ਪਾਤਸ਼ਾਹ ਹੁਣ ਜਿਹੜਾ ਅਸਲੀ ਕਾਰਨ ਹੈ ਵੀ ਜਿਹੜੀ ਵਿਸਾਖੀ ਵਾਲੇ ਦਿਨ ਅਕਾਲ ਪੁਰਖ ਕੀ ਫੌਜ ਬਣਾਈ ਹੈ ਖਾਲਸਾ, ਉਹਦਾ ਅਸਲੀ ਕਾਰਨ ਕੀ ਸੀ? ਆ ਚਾਰ ਕਾਰਨ ਤਾਂ ਹੈ ਨਹੀਂ ਸੀ। ਕਾਰਨ ਉਹਦਾ ਇਹ ਸੀ ਕਿ ਅਸੀਂ ਫੌਜੀ ਦਾ ਮਤਲਬ ਕੇਵਲ ਲੜਨਾ ਲੜਾਉਣਾ ਹੀ ਸਮਝਦੇ ਹਾਂ ਵੀ ਜਿਹੜਾ ਲੜਦਾ ਉਹ ਫੌਜੀ ਹੈ, ਪਰ ਨਹੀਂ। ਵਿਚਲੀ ਗੱਲ ਇਹ ਹੈ ਕਿ ਫੌਜੀ ਦਾ ਮਤਲਬ ਹੁੰਦਾ ਡਿਸਿਪਲਿਨ, ਅਨੁਸ਼ਾਸਨ, ਉਹਦੀ ਜਿਹੜੀ ਪਕਿਆਈ ਹੁੰਦੀ ਹੈ, ਦ੍ਰਿੜਤਾ, ਉਹਦਾ ਉੱਠਣਾ ਬੈਠਣਾ ਬੋਲਣਾ ਚੱਲਣਾ ਇਹ ਪੂਰਾ ਢਲਿਆ ਹੁੰਦਾ, ਉਹਦਾ ਜੀਵਨ ਪੂਰਾ ਘੜਿਆ ਹੁੰਦਾ। ਇਸ ਕਰਕੇ ਫੌਜ 'ਚ ਬਹੁਤੇ ਬੰਦੇ ਕੱਟਦੇ ਨਹੀਂ, ਕਈ ਉੱਥੋਂ ਭੱਜ ਵੀ ਆਉਂਦੇ ਸੀ ਪਹਿਲਾਂ ਫੌਜ ਦੇ ਵਿੱਚ। ਜਿਹੜਾ ਉੱਥੋਂ ਦਾ ਕਾਨੂੰਨ ਹੈ, ਜਿਹੜਾ ਉੱਥੋਂ ਦਾ ਲਾਅ ਹੈ, ਉਹਦੇ ਪ੍ਰਤੀ ਉਹ ਪੂਰਾ ਪਾਬੰਦ ਹੁੰਦਾ। ਉਹ ਲੜਦਾ ਥੋੜ੍ਹਾ ਹਮੇਸ਼ਾ ਫੌਜੀ। ਕਈਆਂ ਦੀ ਸਾਰੀ ਜਿਹੜੀ ਨੌਕਰੀ ਹੈ ਫੌਜ ਦੀ, ਉਹ ਬਿਨਾਂ ਲੜਿਆਂ ਲੰਘ ਜਾਂਦੀ ਹੈ, ਇੱਕ ਵੀ ਗੋਲੀ ਨਹੀਂ ਚਲਾਈ ਹੁੰਦੀ। ਕਈਆਂ ਨੂੰ ਇੱਕ ਅੱਧੀ ਵਾਰੀ ਮੌਕਾ ਮਿਲ ਜਾਂਦਾ, ਕਈਆਂ ਨੂੰ 2-4 ਵਾਰੀ ਮੌਕਾ ਮਿਲ ਜਾਂਦਾ, ਪਰ ਉਹ ਲੜਨ ਵੇਲੇ ਵੀ ਫੌਜੀ ਹੈ, ਜਦੋਂ ਨਹੀਂ ਲੜਦਾ ਉਦੋਂ ਵੀ ਫੌਜੀ ਹੈ, ਜਦੋਂ ਰਿਟਾਇਰ ਹੋ ਕੇ ਘਰੇ ਆ ਜਾਂਦਾ ਉਦੋਂ ਵੀ ਉਹ ਫੌਜੀ ਹੈ। ਤਾਂ ਫੌਜੀ ਦਾ ਮਤਲਬ ਕੀ ਹੈ? ਉਹ ਚੀਜ਼ਾਂ, ਉਹ ਕਾਨੂੰਨ, ਉਹ ਅਨੁਸ਼ਾਸਨ ਜਿਹੜਾ ਉਹਦੇ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ, ਫੌਜ ਦਾ ਮਤਲਬ ਉਹ ਹੈ। ਇਕੱਲਾ ਬੰਦੂਕ ਚੱਕਣਾ ਫੌਜ ਦਾ ਮਤਲਬ ਨਹੀਂ ਹੈ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੀ ਫੌਜ ਕੀ ਹੈ? ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਿਯਮ ਹੈ, ਉਹਦਾ ਜਿਹੜਾ ਕਾਨੂੰਨ ਹੈ, ਉਹ ਖਾਲਸੇ ਦੇ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ। ਇਕੱਲਾ ਜੰਗ ਨਹੀਂ ਸੀ ਖਾਲਸੇ ਦਾ ਮਤਲਬ। ਖਾਲਸੇ ਦਾ ਮਤਲਬ ਕੁਰਬਾਨੀ ਵੀ ਹੈ, ਖਾਲਸੇ ਦਾ ਮਤਲਬ ਸਹਿਨਸ਼ੀਲਤਾ ਵੀ ਹੈ, ਖਾਲਸੇ ਦਾ ਮਤਲਬ ਸੇਵਾ ਵੀ ਹੈ, ਖਾਲਸੇ ਦਾ ਮਤਲਬ ਸਿਮਰਨ ਵੀ ਹੈ। ਇਕੱਲਾ ਲੜਨਾ ਲੜਾਉਣਾ ਨਹੀਂ ਸੀ। ਇਹ ਸਾਰੇ ਕਿਸਮ ਨੂੰ ਮਿਲਾ ਕੇ ਬਣਦੀ ਹੈ ਰੱਬ ਦੀ ਉਹ ਬੰਦਿਸ਼, ਰੱਬ ਦੀ ਉਹ ਮਰਿਆਦਾ, ਜਿਹਨੂੰ ਸਤਿਗੁਰੂ ਕਹਿੰਦੇ ਨੇ ਕਿ ਤੈਡੀ ਬੰਦਿਸ਼ ਮੈਂ ਕੋਏ ਨਾ ਡਿੱਠਾ, ਤੂੰ ਨਾਨਕ ਮਨ ਭਾਣਾ। ਬੰਦਿਸ਼ ਦਾ ਮਤਲਬ ਰੱਬ ਦੀ ਬੰਦਿਸ਼, ਉਹਦਾ ਕਾਨੂੰਨ, ਉਹਦੀ ਮਰਿਆਦਾ। ਤੋ ਫੌਜੀ ਹੋਣ ਦਾ ਮਤਲਬ ਹੈ ਉਹਦੀ ਘਾੜਤ ਜਿਹੜੀ ਘੜੀ ਗਈ ਹੈ। ਇਸ ਕਰਕੇ ਅੱਜ ਕੱਲ੍ਹ ਵੀ ਜਦੋਂ ਕਿਸੇ ਨੇ ਕਿਸੇ ਸੰਸਥਾ ਵਿੱਚ, ਸਕੂਲ ਵਿੱਚ, ਬੈਂਕ ਵਿੱਚ ਕੋਈ ਬੰਦਾ ਰੱਖਣਾ ਹੁੰਦਾ ਜੋਬ 'ਤੇ, ਉਹ ਕਹਿੰਦਾ ਕੋਈ ਰਿਟਾਇਰ ਫੌਜੀ ਮਿਲ ਜੇ ਉਹਨੂੰ ਰੱਖ ਲਈ। ਕਿਉਂਕਿ ਫੌਜੀ ਕੀ ਹੈ? ਵਫਾਦਾਰ ਹੈ, ਆਪਣੀ ਡਿਊਟੀ ਦੇ ਪ੍ਰਤੀ ਇਮਾਨਦਾਰ ਹੈ। ਉਹ ਆਲਸੀ ਨਹੀਂ ਹੋਊਗਾ, ਉਹ ਕਰਮਸ਼ੀਲ ਹੋਏਗਾ, ਅਲਰਟ ਹੋਏਗਾ, ਆਲਸੀ ਨਹੀਂ ਹੋਏਗਾ। ਉਹ ਸਾਰੀਆਂ ਚੀਜ਼ਾਂ ਕਿੱਥੋਂ ਆਈਆਂ? ਉਹਦੀ ਘਾੜਤ ਦੇ ਵਿੱਚੋਂ ਆਈਆਂ। ਤੋ ਖਾਲਸਾ ਅਕਾਲ ਪੁਰਖ ਕੀ ਫੌਜ ਦਾ ਮਤਲਬ ਹੈ ਜਿੰਦੀ ਘਾੜਤ ਗੁਰੂ ਨੇ ਕੀਤੀ ਹੈ, ਜਿੰਦੀ ਘਾੜਤ ਰੱਬ ਦੇ ਅਨੁਸ਼ਾਸਨ ਦੇ ਅਨੁਸਾਰ ਗੁਰੂ ਨੇ ਕੀਤੀ। ਫਿਰ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੋ ਰੱਬ ਦੇ ਉਸ ਕਾਨੂੰਨ ਨੂੰ ਦੁਨੀਆ ਦੇ ਵਿੱਚ ਸਥਾਪਿਤ ਕਰਨ ਵਾਸਤੇ, ਰੱਬ ਦੀ ਮੌਜ ਦੇ ਵਿੱਚੋਂ ਮਤਲਬ ਰੱਬ ਚਾਹੁੰਦਾ ਹੈ, ਰੱਬ ਦੀ ਇੱਛਾ ਸੀ, ਇਸ ਕਰਕੇ ਖਾਲਸਾ ਪ੍ਰਗਟ ਹੋਇਆ। ਤੋ ਖਾਲਸੇ ਦਾ ਪ੍ਰਗਟ ਹੋਣਾ ਰੱਬ ਦੀ ਇੱਛਾ ਹੈ, ਰੱਬ ਦੀ ਮੌਜ ਹੈ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੋ ਵਿਸਾਖੀ ਵਾਲੇ ਦਿਨ ਪਾਤਸ਼ਾਹ ਜੀ ਨੇ ਉਸੇ ਫੌਜ ਨੂੰ ਪ੍ਰਗਟ ਕਰ ਦਿੱਤਾ। ਇਉਂ ਸਮਝੀਏ ਕਿ ਜਿਵੇਂ ਫਸਲ ਬੀਜੀ ਜਾਂਦੀ ਹੈ, ਉਦੋਂ ਬਾਅਦ ਉਹਦੀ ਪਾਲਣਾ ਪੋਸ਼ਣਾ ਕੀਤੀ ਜਾਂਦੀ ਹੈ, ਵੱਡੀ ਹੋ ਜਾਂਦੀ ਹੈ, ਪਾਣੀ ਲਾਉਣਾ ਪੈਂਦਾ, ਗੋਡੀ ਕਰਨੀ ਪੈਂਦੀ ਹੈ, ਸਪਰੇਅ ਛਿੜਕਣੀ ਪੈਂਦੀ ਹੈ, ਦਵਾਈਆਂ ਛਿੜਕਣੀਆਂ ਪੈਂਦੀਆਂ। ਤੋ 10 ਗੁਰੂਆਂ ਨੇ 239 ਸਾਲ 230 ਸਾਲ ਇਸੇ ਖਾਲਸੇ ਨੂੰ ਬਣਾਉਣ 'ਤੇ ਹੀ ਲਾਏ। ਕਿਤੇ ਤੱਤੀਆਂ ਤਵੀਆਂ 'ਤੇ ਬਹਿਣਾ ਪਿਆ, ਕਿਤੇ 2 ਕਿਰਪਾਨਾਂ ਧਾਰਨ ਕਰਨੀਆਂ ਪਈਆਂ,
ਕਿਤੇ ਪਾਣੀ ਦੀਆਂ ਗਾਗਰਾਂ ਸਿਰ ਤੇ ਢੋਈਆਂ ਤੀਜੇ ਪਾਤਸ਼ਾਹ ਨੇ, ਕਿਤੇ ਦੂਜੇ ਪਾਤਸ਼ਾਹ, ਕਿਤੇ ਪਹਿਲੇ ਪਾਤਸ਼ਾਹ ਨੇ ਪੂਰੀ ਦੁਨੀਆ ਦਾ, ਸੰਸਾਰ ਦਾ ਚੱਕਰ ਲਾਇਆ, ਥਾਂ ਥਾਂ ਤੇ ਉਹ ਬੀਜ ਬੀਜਿਆ। ਫਸਲ ਜਦੋਂ ਪੱਕ ਕੇ ਤਿਆਰ ਹੋ ਜਾਂਦੀ ਹੈ, ਜਦੋਂ ਮੰਡੀ ਦੇ ਵਿੱਚੋਂ ਦਾ ਬੋਲ ਲਾਇਆ ਜਾਂਦਾ ਹੈ, ਤੇ ਫਿਰ ਉਹਦੀ ਕੀਮਤ ਪੈਂਦੀ ਹੈ। ਬਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਉਸ ਖਾਲਸੇ ਦੀ ਮੂਰਤ ਨੂੰ ਆਖਰੀ ਟੱਚ ਦਿੱਤਾ ਸੀ। ਇਸ ਕਰਕੇ ਖਾਲਸਾ ਪੰਥ ਦੀ ਸਾਜਨਾ ਦੀ ਬਜਾਏ ਆਪਾਂ ਸੰਪੂਰਨਤਾ ਕਹੀਏ। ਜਿਹੜੇ ਦਿਨ ਖਾਲਸਾ ਇਉਂ ਸੰਪੂਰਨ ਹੋ ਜਾਂਦਾ ਹੈ, ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, ਵੀ ਅੱਜ ਆਖਰੀ ਟੱਚ ਹੈ। ਜਿਵੇਂ ਅਸੀਂ ਮਕਾਨ ਬਣਾ ਦਿੰਦੇ ਹਾਂ, ਪੂਰਾ ਮੁਕੰਮਲ ਹੋ ਜਾਂਦਾ ਹੈ, ਅਸੀਂ ਕਹਿੰਦੇ ਹਾਂ ਬਸ ਹੁਣ ਪੂਰਾ ਤਿਆਰ ਹੈ, ਹੁਣ ਭਾਵੇਂ ਜਾ ਕੇ ਸਮਾਨ ਧਰ ਲਈਏ ਵਿੱਚ, ਇਦੋਂ ਬਾਅਦ ਕੁਛ ਰਿਹਾ ਨਹੀਂ ਕਰਨ ਵਾਲਾ। ਬਸ ਵਿਸਾਖੀ ਵਾਲੇ ਦਿਨ ਤੋਂ ਬਾਅਦ ਕੁਝ ਕਰਨ ਵਾਲਾ ਰਿਹਾ ਨਹੀਂ। ਜਿੰਨੇ ਗੁਣ ਪਾਉਣੇ ਸੀ ਖਾਲਸੇ ਦੇ ਅੰਦਰ, ਉਹ ਪਾ ਦਿੱਤੇ। ਫਿਰ ਉਹਦੀ ਕੀਮਤ ਪਈ, ਫਿਰ ਉਹਦਾ ਮੁੱਲ ਪਿਆ, ਔਰ ਇੰਨਾ ਮੁੱਲ ਪਿਆ ਕਿ ਪਾਤਸ਼ਾਹ ਆਪ ਵੀ ਮੱਥਾ ਟੇਕਦੇ ਆ। ਫਿਰ ਸਿੱਖ ਤੇ ਗੁਰੂ ਦੇ ਵਿੱਚ ਜਿਹੜਾ ਫਰਕ ਸੀ, ਉਹ ਹਮੇਸ਼ਾ ਵਾਸਤੇ ਖਤਮ ਹੋ ਗਿਆ। ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੇ ਢੋਲੋ, ਦੂਰ ਨਾ ਜਾਣਾ ਅੰਤਰ ਮਨ ਮਾਨਾ, ਹਰ ਕਾ ਮਹਿਲ ਪਛਾਨਾ, ਨਾਨਕ ਵੈ ਸਾਖੀ ਪ੍ਰਭ ਭਾਵੈ, ਸੁਰਤ ਸ਼ਬਦ ਮਨ ਮਾਨਾ। ਵਿਸਾਖੀ ਉਦਨੇ ਚੰਗੀ ਲੱਗਦੀ ਹੈ ਜਿਹੜੇ ਦਿਨ ਬੰਦੇ ਦੀ ਸੁਰਤ ਤੇ ਸ਼ਬਦ ਦਾ ਮਿਲਾਪ ਹੋ ਜਾਂਦਾ ਹੈ। ਇਸੇ ਕਰਕੇ ਅਸੀਂ ਗੁਰੂ ਦਰਬਾਰ ਵਿਖੇ ਅਸੀਂ ਇਕੱਠੇ ਹੋਏ ਹਾਂ। ਵਿਸਾਖੀ ਇਕੱਲੀ 1699 ਦੀ ਵਿਸਾਖੀ ਨਹੀਂ, ਵਿਸਾਖੀ ਵਾਲੇ ਦਿਨ ਪਹਿਲੇ ਪਾਤਸ਼ਾਹ ਦਾ ਜਨਮ ਹੋਇਆ ਸੀ, ਦੂਜੇ ਪਾਤਸ਼ਾਹ, ਤੀਜੇ ਪਾਤਸ਼ਾਹ, 9ਵੇਂ ਪਾਤਸ਼ਾਹ ਵਿਸਾਖ ਵਿੱਚ ਜਨਮ ਹੈ ਇਹਨਾਂ ਦਾ। 400 ਸਾਲ ਆਪਾਂ ਉਹ ਵੀ ਮਨਾ ਰਹੇ ਹਾਂ। ਤਾਂ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਵਿਸਾਖ ਮਹੀਨੇ ਨਾਲ ਸੰਬੰਧ ਰੱਖਦੀਆਂ। ਨਵੀਂ ਫਸਲ ਆਉਂਦੀ ਹੈ, ਨਵਾਂ ਸੁੱਖ ਸਮਰਿੱਧੀ ਘਰ ਦੇ ਵਿੱਚ ਆਉਂਦੀ ਹੈ, ਤਾਂ ਨਵੀਨਤਾ ਦਾ, ਖੇੜੇ ਦਾ, ਖੁਸ਼ੀਆਂ ਦਾ ਵੀ ਪ੍ਰਤੀਕ ਹੈ। ਸਤਿਗੁਰੂ ਕਿਰਪਾ ਕਰਨ, ਖੁਸ਼ੀਆਂ ਦੇ ਨਾਲ, ਆਨੰਦ ਦੇ ਨਾਲ ਤੁਹਾਡੀ ਸਾਰਿਆਂ ਦੀ ਝੋਲੀ ਭਰਨ, ਤੇ ਗੁਰੂ ਅੰਗ ਸੰਗ ਸਹਾਈ ਹੋਵੇ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ। ਰਾਮ ਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋਤਾ ਗਾਵੂ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰ।